ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ, ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ, ਗੁਰੂ ਅਰਜਨ ਬਿਘਨਨ ਕੇ, ਬਿਘਨਨ ਕੇ। ਹਰ ਗੋਬਿੰਦ ਸ਼ੁਭ ਮਤ ਪਰਕਾਸ਼, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ, ਤੇਗ ਬਹਾਦਰ ਪਰਮ ਕਿਰਪਾਲ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਜੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਦੋਹਰਾ ਗਨ ਜਛਨ ਕੋ ਜੂਥ ਪਤ, ਜਬੇ ਕਯੋ ਇਸ ਭਾਂਤ। ਸ਼੍ਰੀ ਕਲਗੀਧਰ ਸੁਨ ਸਕਲ, ਬੋਲੇ ਬਚ ਬਖਿਆਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਨਿਤਾ ਪ੍ਰਤੀ ਤਿਲਕ ਤੇ ਜੰਜੂ ਦੇ ਰਾਖੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਧੁਰੰਦਰ ਸਤਿਗੁਰੂ ਮੇਰਾਂ ਦੇ ਸਾਈਂ, ਵਿਰਾਗ ਤੇ ਤਿਆਗ ਦੀ ਮਹਾਨ ਮੂਰਤ। ਹਾਜ਼ਰਾਂ ਹਜੂਰ ਜਹਰਾਂ ਜਹੂਰ, ਸਰਬ ਕਲਾ ਭਰਪੂਰ ਸਤਿਗੁਰੂ। ਧੰਨ
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਚ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਾਹਿਬੇ ਕਮਾਲ ਪੰਥ ਦੇ ਵਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਪਾਵਨ ਲੜੀਵਾਰ ਕਥਾ ਆਪ ਜੀ ਬਹੁਤ ਹੀ ਆਦਬ ਔਰ ਸਤਿਕਾਰ ਸਹਿਤ ਸਰਵਣ ਕਰ ਰਹੇ। ਕਲਗੀਧਰ ਜੀ ਰਵਾਲਸਰ ਸਾਹਿਬ ਬਿਰਾਜਮਾਨ ਹਨ। ਸਿੰਘਾਂ ਨੂੰ ਨਾਲ ਲੈ ਕੇ ਉੱਚਿਆਂ ਪਹਾੜਾਂ ਦਾ ਸੈਲ ਕਰਦੇ ਨੇ। ਇੱਕ ਦਿਨ ਕਾਫੀ ਉੱਚੇ ਪਹਾੜ ਮਾਲਵੀ ਪਰਬਤ ਤੇ ਸਤਿਗੁਰੂ ਜੀ ਗਏ। 5 ਸਿੰਘ ਸਤਿਗੁਰਾਂ ਦੇ ਨਾਲ ਸਨ। ਤਾਂ ਉਸ ਵਕਤ ਇੱਕ ਗੰਧੀਲਾ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਨਮਸਕਾਰ ਕਰਕੇ ਵੰਦਨਾ ਕਰਕੇ ਸਨਮੁਖ ਖਲੋ ਗਿਆ। ਸਤਿਗੁਰਾਂ ਦੇ ਪੁੱਛਣ ਤੇ ਉਹਨੇ ਦੱਸਿਆ ਕਿ ਮੈਂ ਰੇਵਾ ਦਾ ਪੁੱਤਰ ਰਵਾਲ ਹਾਂ। ਇੱਥੇ ਮੈਂ ਤਪੱਸਿਆ ਕੀਤੀ, ਆਪਣੇ ਮਾਤਾ ਦੇ ਹੁਕਮ ਦੀ ਪਾਲਣਾ ਕਰਦਿਆਂ। ਤਦ ਇਹ ਅਸਥਾਨ ਤੀਰਥ ਬਣਿਆ। ਮਹਾਰਾਜ ਤੁਸੀਂ ਸੁਆਮੀ ਹੋ, ਆਪ ਪਰਮੇਸ਼ਵਰ ਹੋ, ਮੇਰੇ ਤੇ ਤਰਸ ਕਰਕੇ ਮੈਨੂੰ ਕਿਰਤਾਰਥ ਕਰਨ ਲਈ ਆਏ ਹੋ। ਇੱਥੇ ਜਿਹੜੇ ਯਕਸ਼ ਨੇ ਮਹਾਰਾਜ, ਉਹਨਾਂ ਨਾਲ ਮੇਰੀ ਜੰਗ ਹੁੰਦੀ ਹੈ। ਉਹ ਮੇਰੇ ਤੇ ਭਾਰੂ ਨੇ। ਕਿਰਪਾ ਕਰੋ ਮਹਾਰਾਜ, ਮੈਂ ਤੁਹਾਡੀ ਸ਼ਰਨ ਚ ਮੈਨੂੰ ਰੱਖੋ। ਗੁਰਦੇਵ ਨੇ ਕਮਾਨ ਹੱਥ ਵਿੱਚ ਲੈ ਕੇ ਤੰਦੀ ਖਿੱਚ ਕੇ ਕਮਾਨ ਦੀ ਜਦੋਂ ਟੰਕਾਰ ਕੀਤੀ ਤਾਂ ਉਸ ਵੇਲੇ ਪਹਾੜ ਵੀ ਇੱਕ ਵਾਰੀ ਗੂੰਜੇ ਤੇ ਡਰ ਕੇ ਆਵਾਜ਼ ਆਈ, ਰੱਖ ਲਓ ਮਹਾਰਾਜ ਤੁਹਾਡੇ ਹਾਂ। ਤਾਂ ਇਤਨੇ ਨੂੰ ਇੱਕ ਯਕਸ਼ ਜਿਸ ਦਾ ਨਾਮ ਸ਼ਰਧਾਰ ਹੈ ਮਹਾਰਾਜ ਜੀ ਦੇ ਚਰਨਾਂ ਚ ਆਇਆ। ਕਹਿਣ ਲੱਗਾ, ਮਹਾਰਾਜ ਜੇ ਇਹ ਰਿਵਾਲ ਤੁਹਾਡਾ ਸੇਵਕ ਹੈ ਤਾਂ ਮੈਂ ਵੀ ਤੁਹਾਡਾ ਸੇਵਕ ਹਾਂ। ਪੱਖਵਾਦ ਨਾ ਕਰੋ ਮਹਾਰਾਜ, ਕਿ ਇੱਕ ਨੂੰ ਰੱਖ ਕੇ ਦੂਜਿਆਂ ਨੂੰ ਦੰਡ ਦਿਓ। ਜੰਗ ਤਾਂ ਸਾਡਾ ਹੁੰਦਾ ਹੈ, ਕਦੇ ਇਹ ਜਿੱਤ ਜਾਂਦੇ ਨੇ, ਕਦੇ ਅਸੀਂ ਜਿੱਤ ਜਾਂਦੇ। ਤੋ ਉਸ ਵਕਤ ਕੁਝ ਭਵਿੱਖਤ ਬਚਨ ਹੋ ਰਹੇ ਨੇ ਜਿਹੜੇ 100 ਸਾਖੀ ਵਿੱਚ ਲਿਖੇ ਹੋਏ ਨੇ। 100 ਸਾਖੀ ਵਿੱਚ ਲਿਖੇ ਹੋਏ ਜਿਹੜੇ ਉਹ ਭਵਿੱਖਤ ਬਚਨ ਨੇ, ਉਹਨਾਂ ਵਿੱਚ ਨੇਕ ਲੰਕ ਅਵਤਾਰ ਦਾ ਜ਼ਿਕਰ ਵੀ ਆ ਰਿਹਾ ਹੈ, ਜਿਹਦਾ ਜ਼ਿਕਰ ਕਲਗੀਧਰ ਜੀ ਨੇ ਦਸਮ ਬਾਣੀ ਚ ਵੀ ਕੀਤਾ ਹੈ। ਹਰ ਪਲ ਭਾਗ ਪਿਆ, ਹਰ ਸੰਭਲ ਕੇ, ਹਰ ਜੂ ਹਰ ਮੰਦਰ ਆਵਾਂਗੇ। ਰੇਵਾ ਕਹਿਣ ਲੱਗਾ ਮਹਾਰਾਜ, ਸਰਧਾਰ ਕਹਿਣ ਲੱਗਾ ਮਹਾਰਾਜ ਮੈਂ ਆਪ ਜੀ ਦੇ ਉਸ ਵੇਲੇ ਪੰਥ ਵਿੱਚ ਸ਼ਾਮਲ ਹੋਵਾਂਗਾ। ਇਹ ਬਚਨ ਬਿਲਾਸ ਹੋ ਰਹੇ ਨੇ। 100 ਸਾਖੀ ਵਿੱਚ ਲਿਖੇ ਹੋਏ ਅੱਜ ਵੀ ਬਹੁਤ ਸਾਰੇ ਭਵਿੱਖਤ ਵਾਕ ਐਸੇ ਨੇ ਜਿਹੜੇ ਹੁਣ ਸਮਝ ਨਹੀਂ ਪੈਂਦੇ। ਉਹਨਾਂ ਦੀ ਸਮਝ ਉਦੋਂ ਹੀ ਆਉਣੀ ਹੈ ਜਦੋਂ ਸਮਾਂ ਆਉਣਾ। ਬਹੁਤ ਸਾਰੇ ਬਚਨ ਜੋ 100 ਸਾਖੀ ਵਿੱਚ ਲਿਖੇ ਨੇ ਉਹ ਹੋ ਵੀ ਚੁੱਕੇ ਨੇ ਭਵਿੱਖਤ ਬਚਨ। ਉਹ ਅਕਸਰ ਆਪ ਜੀ ਪੜ੍ਹਦੇ, ਵੇਖਦੇ, ਸੁਣਦੇ। ਅੱਜ ਵੀ 100 ਸਾਖੀ ਦੇ ਵਿੱਚੋਂ ਹੀ ਕੁਝ ਬਚਨ ਆ ਰਹੇ ਨੇ। ਆਓ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰੀਏ। ਸਾਹਿਬਾਂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਓ ਤੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਨ ਜਚਨ ਕੋ ਜੂਥ ਪਤ, ਜਬੇ ਕਯੋ ਇਸ ਭਾਂਤ। ਯਕਸ਼ ਇੱਕ ਪ੍ਰਕਾਰ ਦੀ ਪ੍ਰਜਾਤੀ ਹੈ। ਇਹ ਦੇਵਕੋਟੀ 'ਚ ਹੀ ਆਉਂਦੇ ਹਨ।
ਔਰ ਕਿੰਨਰ ਗੰਧਰਵ ਗਾਨ ਕਰੈ ਗਨ ਜਛ ਅਪੱਛਰ ਨਿਰਤ ਦਿਖਾਮ। ਕਈ ਕੋਟ ਜਖ ਇਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਯਕਸ਼ ਉਹਨਾਂ ਦਾ ਇਹ ਰਾਜਾ ਸੀ। ਇਹਦਾ ਨਾਮ ਸ਼ਰਦਧਾਰ ਹੈ। ਇਹ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਨਮਸਕਾਰ ਕੀਤੀ ਹੈ। ਇਸ ਪ੍ਰਕਾਰ ਇਹਨੇ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ ਹਨ। ਸ਼੍ਰੀ ਕਲਗੀਧਰ ਸੁਨ ਸਕਲ ਬੋਲੇ ਬਚ ਬਖਿਆਤ। ਜਦੋਂ ਯਕਸ਼ ਸ਼ਰਦਧਾਰ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਵੀ ਤੁਹਾਡੇ ਹਾਂ, ਜੇ ਰਵਾਲ ਤੁਹਾਡਾ ਤੇ ਅਸੀਂ ਵੀ ਤੁਹਾਡੇ ਹਾਂ ਮਹਾਰਾਜ, ਸਾਡੇ ਸੁਆਮੀ ਤੁਸੀਂ ਹੋ, ਪੱਖਵਾਦ ਨਾ ਕਰੋ, ਜਿੰਨੇ ਤੁਸੀਂ ਇਹਦੇ ਹੋ ਉਹਨੇ ਸਾਡੇ ਵੀ ਸਾਂਝੇ ਹੋ ਮਹਾਰਾਜ। ਜਦੋਂ ਯਕਸ਼ ਨੇ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਬੋਲੇ, ਉਹ ਬਚਨ ਪ੍ਰਗਟ ਹੋਏ। ਚੋਪਈ ਮਹਾਬੀਰ ਰਸ ਵਿਖੇ ਪਿਗੋਆ। ਕਲਗੀਧਰ ਪਾਤਸ਼ਾਹ ਜੀ ਉਸ ਵੇਲੇ ਵੱਡੇ ਭਾਰੀ ਬੀਰ ਰਸ ਦੇ ਵਿੱਚ ਭਿੱਜੇ ਹੋਏ ਸਨ, ਕਿਉਂਕਿ ਤਨਖ ਦੀ ਤੰਦੀ ਪਕੜ ਕੇ ਉਹਦੀ ਟੰਕਾਰ ਕੀਤੀ ਸੀ ਬੀਰ ਰਸ ਵਿੱਚ। ਪਹਾੜ ਕੰਬ ਗਏ ਸਨ, ਦਰਖਤ ਹਿੱਲਣ ਲੱਗ ਪਏ ਸਨ। ਉਸ ਵੇਲੇ ਸਭ ਭੈ ਭੀਤ ਹੋ ਕੇ ਕਹਿ ਰਹੇ ਸਨ, ਰੱਖ ਲਓ ਮਹਾਰਾਜ ਰੱਖ ਲਓ। ਤੋ ਗੁਰਦੇਵ ਜੀ ਉਸ ਵਕਤ ਬੀਰ ਰਸ ਵਿੱਚ ਭਿੱਜੇ ਹੋਏ ਹਨ। ਛਿਮਾ ਕਰਨ ਆਸ਼ੇ ਜਿਸ ਜੋਵਾ। ਪਰ ਮੇਰੇ ਸਤਿਗੁਰਾਂ ਦਾ ਆਸ਼ਾ ਹੈ ਛਿਮਾ ਕਰਨਾ। ਜੇ ਕੋਈ ਸ਼ਰਨ ਆ ਜਾਂਦਾ ਹੈ ਤੇ ਜਿੰਨਾ ਮਰਜੀ ਵੱਡਾ ਗੁਨਾਹਗਾਰ ਹੋਵੇ, ਜੇ ਸ਼ਰਨ ਆ ਗਿਆ ਤਾਂ ਸਤਿਗੁਰੂ ਬਖਸ਼ ਲੈਂਦੇ ਨੇ, ਏਡੇ ਵੱਡੇ ਬਖਸ਼ਾਂਦੇ ਨੇ। ਛਿਮਾ ਕਰਨਾ ਇਹ ਮਹਾਰਾਜ ਜੀ ਦਾ ਆਸ਼ਾ ਹੈ। ਖਾਲਸਾ ਜੀ, ਇਹ ਸੰਸਾਰ ਦੇ ਵਿੱਚ क्षमा कर देण वर्गा दुनिया च कोई वड्डा तप नहीं है। सब तो वड्डी तपस्या, अगर कोई पूछे जी श्रोमणी तप की है, तो सब तो वड्डा तप है कि किसी दी भुल नूं वेख के जो शरण आ जाए तो उसनूं क्षमा कर देना। तप ना खिमा समझान, खिमा दे समान दुनिया च कोई तप नहीं है। ते फिर सतगुरां दा तां आशा ही खिमा करन दा है। ਜਿਹੜਾ ਸ਼ਰਨ ਆਉਂਦਾ ਉਹਨੂੰ ਮਹਾਰਾਜ ਜੀ ਖਿਮਾ ਕਰ ਲੈਂਦੇ ਹਨ। ਐਸੇ ਖਿਮਾ ਨਿਧ ਹਨ। ਅਧਿਕ ਪ੍ਰਤਾਪ ਸੰਗ ਭਰਪੂਰਾ। ਬੜੇ ਵੱਡੇ ਭਾਰੀ ਪ੍ਰਤਾਪ ਦੇ ਸਹਿਤ ਮਹਾਰਾਜ ਜੀ ਭਰਪੂਰ ਹਨ, ਪਰਿਪੂਰਨ ਹਨ। ਬੇਅੰਤ ਪ੍ਰਤਾਪ ਤੇ ਜਲਾਲ ਸਤਿਗੁਰਾਂ ਦੇ ਸਰੂਪ ਦੇ ਵਿੱਚ ਝਲਕਦਾ ਹੈ। ਵਿਜੇ ਸਹਿਤ ਬੋਲੇ ਬਚਰੂਰਾ। ਵਿਜੈ ਦੇ ਸਹਿਤ ਮਹਾਰਾਜ ਜੀ ਸੁੰਦਰ ਵਚਨ ਆਪਣੇ ਮੁਖਾਰਬਿੰਦ ਚੋਂ ਬੋਲੇ, ਕਹਿਣ ਲੱਗੇ, ਜਗ ਮੈਂ ਤੁਰਕਨ ਸੈਨਾ ਅਨਗਨ। ਮਹਾਰਾਜ ਜੀ ਕਹਿਣ ਲੱਗੇ, ਇਸ ਜਗਤ ਵਿੱਚ ਤੁਰਕਾਂ ਦੀਆਂ ਬੇਅੰਤ ਫੌਜਾਂ ਹਨ, ਅਣਗਿਣਤ ਦੁਸ਼ਮਣਾਂ ਦੀਆਂ, ਤੁਰਕਾਂ ਦੀਆਂ, ਮਲੇਛਾਂ ਤੇ ਜਰਵਾਣਿਆਂ ਦੀਆਂ ਫੌਜਾਂ ਹਨ। ਸਪਤੋਂ ਅੰਗ ਸਹਿਤ ਅਤ ਦੁਰਜਨ। ਜਿਹੜੇ ਬੜੇ ਦੁਰਜਨ ਨੇ ਔਰ ਸੱਤਾ ਦੇ ਸਹਿਤ ਨੇ। ਸਪਤੋਂ ਦਾ ਮਤਲਬ ਹੈ ਸੱਤਾਧਾਰੀ ਨੇ। ਇਸ ਵੇਲੇ ਸੱਤਾਧਾਰੀ ਧਿਰ ਹੈ ਤੁਰਕਾਂ ਦੀ, ਔਰ ਉਹ ਬੜੇ ਦੁਰਜਨ ਤੇ ਖੋਟੇ ਨੇ। ਸੱਤਾਧਾਰੀ ਜਿਸ ਨੂੰ ਸੱਤਾ ਪ੍ਰਾਪਤ ਹੋਵੇ, ਉਸ ਦਾ ਯਤਨ ਹੋਣਾ ਚਾਹੀਦਾ ਕਿ ਜਿਨ੍ਹਾਂ ਤੇ ਉਹਨੇ ਸੱਤਾ ਧਾਰਨ ਕੀਤੀ ਹੈ ਉਹਨਾਂ ਦੇ ਹਿੱਤ ਵਾਸਤੇ ਸੋਚਣਾ। ਪਰ ਇਹ ਜਿਹੜੇ ਸੱਤਾਧਾਰੀ ਲੋਕ ਨੇ, ਤੁਰਕ ਮਲੇਛ, ਇਸ ਵਕਤ ਦੁਰਜਨਤਾਈ ਕਰ ਰਹੇ ਨੇ, ਜਰਵਾਣਾ ਪੁਣਾ ਕਰ ਰਹੇ ਹਨ। ਜਿਨ ਤੇ ਕਹੂੰ ਮਵਾਸ ਨ ਰਹਿਓ। ਇਹਨਾਂ ਨੇ ਆਪਣੇ ਸਾਹਮਣੇ ਕਿਸੇ ਨੂੰ ਮਵਾਸੀ ਨਹੀਂ ਰਹਿਣ ਦਿੱਤਾ। ਕਿ ਮਵਾਸ ਦਾ ਮਤਲਬ ਹੁੰਦਾ ਵੀ ਆਕੀ ਹੋ ਕੇ, ਜਿਹੜਾ ਆਖੇ ਵੀ ਮੈਂ ਨਹੀਂ ਮੰਨਦਾ ਤੁਹਾਡੇ ਰਾਜ ਨੂੰ। ਇਹ ਇੰਨੇ ਬਲੀ ਨੇ ਇਸ ਵੇਲੇ ਮੌਕੇ ਤੇ ਕਿ ਇਹਨਾਂ ਦੇ ਸਾਹਮਣੇ ਇਹਨਾਂ ਨੇ ਕਿਸੇ ਨੂੰ ਵੀ ਆਕੀ ਨਹੀਂ ਰਹਿਣ ਦਿੱਤਾ, ਬਾਗੀ ਨਹੀਂ ਰਹਿਣ ਦਿੱਤਾ। ਸਭ ਤੇ ਦੰਡ ਓਜ ਤੇ ਲਿਓ। ਇਹ ਹਰ ਇੱਕ ਤੇ ਆਪਣਾ ਦੰਡ ਲਾਉਂਦੇ ਨੇ, ਔਰ ਆਪਣਾ ਪੂਰਾ ਬਲ, ਆਪਣਾ ਪੂਰਾ ਜ਼ੋਰ ਤੇ ਤਾਣ ਲਾਉਂਦੇ ਹਨ। ਦੀਨ ਦਾਸ ਤਿਨ ਕੇ ਬਨ ਰਾਉ। ਵੱਡੇ ਵੱਡੇ ਆ ਰਾਜੇ ਜਿਹੜੇ ਪਹਾੜੀ ਰਿਆਸਤਾਂ ਵਿੱਚ ਰਾਜ ਕਰਨ ਵਾਲੇ ਨੇ, ਇਹ ਰਾਜੇ ਇਹਨਾਂ ਤੁਰਕਾਂ ਦੇ ਸਾਹਮਣੇ ਜਾ ਕੇ ਦੀਨ ਹੁੰਦੇ ਨੇ। ਘਗਿਆ ਕੇ ਜੀਜੜੀਆਂ ਜੀਆਂ ਕੱਢ ਕੇ ਉਹਨਾਂ ਦੇ ਅਧੀਨ ਹੋ ਕੇ ਉਹਨਾਂ ਨੂੰ ਪ੍ਰਣਾਮ ਕਰਦੇ ਨੇ। ਉਹਨਾਂ ਦੀਆਂ ਵਧੀਕੀਆਂ ਨੂੰ ਆਪਣੇ ਤੇ ਜਰਦੇ ਹਨ। ਹੁਕਮ ਕਰੇ ਇਨ ਪਰ ਮਨ ਪਾਉ। ਔਰ ਉਹ ਜਿਹੜੇ ਮਲੇਛ ਨੇ ਇਹਨਾਂ ਤੇ ਮਨ ਭਾਉਂਦੇ ਹੁਕਮ ਕਰਦੇ ਨੇ। ਜੋ ਹੁਕਮ ਕਰਦੇ ਨੇ
ਉਹ ਇਹਨਾਂ ਨੂੰ ਮੰਨਣਾ ਪੈਂਦਾ ਹੈ। ਤੇ ਜਿੱਥੇ ਆ ਕੇ ਇਹ ਰਾਜ ਕਰਦੇ ਨੇ ਫਿਰ ਉਸ ਪਬਲਿਕ ਨੂੰ ਉਹ ਹੁਕਮ ਮਨਾਉਂਦੇ ਨੇ ਜਰਵਾਣਿਆਂ ਦਾ। ਇਹ ਰਾਜਿਆਂ ਦੇ ਅੰਦਰ ਅਣਖ ਨਹੀਂ ਹੈ। ਉਹ ਸੱਤਾਧਾਰੀ ਜਿਹੋ ਜਿਹਾ ਗਲਤ ਹੁਕਮ ਕਰਨ, ਇਹ ਸੁਣ ਕੇ ਉਸੇ ਤਰ੍ਹਾਂ ਅੱਗੇ ਪ੍ਰਜਾ ਤੇ ਲਾਗੂ ਕਰਦੇ ਹਨ। ਅੱਗੋਂ ਕਿਸੇ ਪ੍ਰਕਾਰ ਦੀ ਅੜੀ ਨਹੀਂ ਕਰਦੇ ਕਿ ਅਸੀਂ ਆਪਣੇ ਸੂਬੇ ਦੇ ਵਿੱਚ ਜਾਂ ਅਸੀਂ ਆਪਣੇ ਇਲਾਕੇ ਵਿੱਚ ਤੁਹਾਡਾ ਇਹ ਗਲਤ ਕਾਨੂੰਨ ਲਾਗੂ ਨਹੀਂ ਹੋਣ ਦੇਣਾ, ਤੁਹਾਡੀਆਂ ਇਹ ਗਲਤ ਨੀਤੀਆਂ ਅਸੀਂ ਆਪਣੇ ਸਮਾਜ ਵਿੱਚ ਨਹੀਂ ਚੱਲਣ ਦੇਣੀਆਂ। ਇਹ ਇਹੋ ਜਿਹੇ ਖੋਟੇ ਨੇ ਕਿ ਉਹਨਾਂ ਮਲੇਛਾਂ ਦੇ ਸਾਹਮਣੇ ਜਾ ਕੇ ਹੱਥ ਜੋੜ ਕੇ ਘਗਿਆ ਕੇ ਉਹਨਾਂ ਦੇ ਹਰ ਇੱਕ ਪ੍ਰਕਾਰ ਦੇ ਹੁਕਮ ਦੀ ਪਾਲਣਾ ਕਰਦੇ ਨੇ, ਸਿਰ ਨੀਵਾਂ ਕਰਕੇ। ਜਗ ਮੈਂ ਪਇਓ ਅਸ਼ਤਰੂ ਪ੍ਰਤਾਪੂ। ਏਡੇ ਪ੍ਰਤਾਪੀ ਹੋ ਗਏ ਨੇ ਮਲੇਛ ਕਿ ਇਹਨਾਂ ਦਾ ਇਸ ਜਗਤ ਦੇ ਵਿੱਚ ਇਸ ਵੇਲੇ ਕੋਈ ਵੀ ਸ਼ਤਰੂ ਨਹੀਂ ਹੈ। ਇਹ ਵੱਡਾ ਪ੍ਰਤਾਪ ਹੈ ਸੀ ਔਰੰਗਜ਼ੇਬ ਬਾਦਸ਼ਾਹ, 22 ਲੱਖ ਫੌਜਾਂ ਸਾਨੇ ਦੇ ਕੋਲ, ਤੇ ਉਹਦਾ ਸਾਹਮਣੇ ਕੋਈ ਕਰਨ ਵਾਲਾ ਸ਼ਤਰੂ ਨਹੀਂ ਸੀ ਰਿਹਾ। ਆ ਸ਼ਤਰੂ ਦਾ ਮਤਲਬ ਸ਼ਤਰੂ ਰਹਿਤ ਹੋ ਗਿਆ ਸੀ। ਕਿਸੇ ਅੰਦਰ ਜਿਗਰਾ ਨਹੀਂ ਸੀ ਪੈਂਦਾ, ਹੌਸਲਾ ਨਹੀਂ ਸੀ ਪੈਂਦਾ ਕਿ ਔਰੰਗਜ਼ੇਬ ਬਾਦਸ਼ਾਹ ਦੇ ਖਿਲਾਫ ਉਹਦੇ ਸਾਹਮਣੇ ਖਲੋ ਕੇ ਅੜੀ ਕਰ ਸਕੇ। ਉਤੇ ਸ਼ਤਰੂ ਕੀਨੇ ਸਭ ਖਾਪੂ। ਇਹਨਾਂ ਤੁਰਕਾਂ ਦੇ ਮਲੇਛਾਂ ਦੇ ਜਿਤਨੇ ਸ਼ਤਰੂ ਸਨ, ਦੁਸ਼ਮਣ ਸਨ, ਉਹ ਵੱਡੇ ਵੱਡੇ ਦੁਸ਼ਮਣਾਂ ਨੂੰ ਇਹਨਾਂ ਨੇ ਮਾਰ ਕੇ ਖਪਾ ਦਿੱਤਾ ਹੈ। ਗੋਲਕੁੰਡਾ ਰਿਆਸਤ ਵਿੱਚ ਰਾਜ ਕਰਨ ਵਾਲੇ ਹੈਦਰਾਬਾਦ ਦੇ ਨਿਜ਼ਾਮ ਤੱਕ ਇਹਨਾਂ ਨੇ ਆਪਣੇ ਅਧੀਨ ਕਰ ਲਏ ਨੇ। ਵੱਡਿਆਂ ਵੱਡਿਆਂ ਦੁਸ਼ਮਣਾਂ ਨੂੰ ਇਹਨਾਂ ਨੇ ਮਾਰ ਕੇ ਆਪਣੇ ਅਧੀਨ ਕਰ ਲਿਆ ਹੈ। ਤਿਨ ਤੁਰਕਨ ਅਨਗਨ ਕੋ ਮਾਰੋ। ਮਹਾਰਾਜ ਜੀ ਕਹਿੰਦੇ ਜਿਹੜੇ ਐਡੇ ਪ੍ਰਤਾਪੀ ਤੁਰਕ ਨੇ ਮਲੇਛ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਅਣਗਿਣਤ ਤੁਰਕਾਂ ਨੂੰ, ਮਲੇਛਾਂ ਨੂੰ ਜੰਗ ਦੇ ਮੈਦਾਨ 'ਚ ਅਸੀਂ ਮਾਰਾਂਗੇ। ਇੱਥੇ ਮਲੇਛਾਂ ਨੂੰ ਮਾਰਨ ਦੀ ਗੱਲ ਹੋ ਰਹੀ ਹੈ। ਜੇ ਸਾਰੇ ਤੁਰਕਾਂ ਨੂੰ ਮਾਰਨ ਦੀ ਗੱਲ ਹੁੰਦੀ ਤੇ ਗਨੀ ਖਾਂ ਤੇ ਨਬੀ ਖਾਂ ਨੂੰ ਹੁਕਮਨਾਮਾ ਨਾ ਦਿੰਦੇ ਲਿਖ ਕੇ ਕਿ ਤੁਸੀਂ ਮੇਰੇ ਪੁੱਤਰ ਹੋ, ਮੇਰੇ ਫਰਜ਼ੰਦ ਹੋ। ਉਹ ਵੀ ਤਾਂ ਮੁਸਲਮਾਨ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਸ ਵੇਲੇ ਭੇਜਦੇ ਆ ਹਜੂਰ ਸਾਹਿਬ ਤੋਂ, ਨਾਂਦੇੜ ਤੋਂ, ਤਾਂ ਇਹ ਨਾ ਕਹਿੰਦੇ ਕਿ ਬੰਦਾ ਸਿੰਘ ਸਡੋਰੇ ਜਾਈ ਤੇ ਸਡੋਰੇ ਜਾ ਕੇ ਪੀਰ ਬੁੱਧੂ ਸ਼ਾਹ ਦੀ ਸ਼ਹੀਦੀ ਦਾ ਬਦਲਾ ਲਈ ਉਸ ਜਰਵਾਣੇ ਕੋਲੋਂ ਜਿਹਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ। ਪੀਰ ਬੁੱਧੂ ਸ਼ਾਹ ਜੀ ਮੁਸਲਮਾਨ ਨੇ। ਤੋ ਸਤਿਗੁਰੂ ਜੀ ਕਹਿੰਦੇ ਆ ਜਿਹੜੇ ਮਲੇਛ ਜਰਵਾਣੇ ਜਿਹੜੇ ਬੜੇ ਪ੍ਰਤਾਪੀ ਨੇ, ਜਿਨ੍ਹਾਂ ਦਾ ਇਸ ਵੇਲੇ ਕੋਈ ਸ਼ਤਰੂ ਨਹੀਂ ਰਿਹਾ, ਵੱਡੇ ਵੱਡੇ ਸ਼ਤਰੂ ਦੁਸ਼ਮਣ ਮਾਰ ਕੇ ਇਹਨਾਂ ਨੇ ਆਪਣੇ ਜ਼ੇਰ ਕਰ ਲਏ ਨੇ। ਇਹਨਾਂ ਅਣਗਿਣਤ ਮਲੇਛਾਂ ਨੂੰ ਰਣ ਭੂਮੀ ਵਿੱਚ ਜੰਗ ਦੇ ਮੈਦਾਨ 'ਚ ਅਸੀਂ ਮਾਰਾਂਗੇ। ਇੱਕ ਸਰ ਸੰਗ ਪਸਮ ਕਰ ਡਾਰੋ। ਮਹਾਰਾਜ ਜੀ ਕਹਿੰਦੇ ਚਾਹੀਏ ਤਾਂ ਇਹਨਾਂ ਸਾਰੇ ਮਲੇਛਾਂ ਨੂੰ ਅਸੀਂ ਕੇਵਲ ਆਪਣੇ ਇੱਕ ਤੀਰ ਦੇ ਨਾਲ ਹੀ ਮਾਰ ਕੇ ਖਤਮ ਕਰ ਸਕਦੇ ਹਾਂ, ਸਵਾਹ ਕਰ ਸਕਦੇ ਹਾਂ। ਔਰ ਇਹਦੇ 'ਚ ਕੋਈ ਅਤ ਕਥਨੀ ਨਹੀਂ ਗੁਰੂ ਖਾਲਸਾ ਜੀ। ਸਤਿਗੁਰੂ ਸਮਰੱਥ ਨੇ ਐਸਾ ਕਰਨ ਵਿੱਚ। ਕਹਿੰਦੇ ਜੇ ਅਸੀਂ ਚਾਹੀਏ ਤੇ ਕੇਵਲ ਇੱਕ ਤੀਰ ਦੇ ਨਾਲ ਇਹਨਾਂ ਸਾਰਿਆਂ ਮਲੇਛਾਂ ਨੂੰ ਸਾੜ ਕੇ ਭਸਮ ਕਰ ਸਕਦੇ ਹਾਂ। ਕੇਵਲ ਇੱਕ ਤੀਰ ਨਾਲ ਇਹਨਾਂ ਨੂੰ ਖਪਾ ਸਕਦੇ ਹਾਂ। ਸਾਯੁਧ ਏਕ ਰੈਨ ਨੇ ਪਾਵੇਂ। ਇੱਕ ਵੀ ਸ਼ਸਤਰ ਧਾਰੀ ਮਲੇਛ ਨਹੀਂ ਰਹੇਗਾ ਸਾਡੇ ਸਾਹਮਣੇ। ਇੱਕ ਵੀ ਸ਼ਸਤਰ ਧਾਰੀ ਸੂਰਮਾ ਇਹਨਾਂ ਦਾ ਨਹੀਂ ਰਹੇਗਾ। ਛੁੱਟਿਓ ਬਾਣ ਇੱਕ ਸਾਥ ਖਪਾਵੇਂ। ਸਾਡੀ ਕਬਾਨ ਚੋਂ ਛੁੱਟਿਆ ਹੋਇਆ ਇੱਕ ਤੀਰ, ਕੇਵਲ ਇੱਕ ਤੀਰ ਇਹਨਾਂ ਸਾਰਿਆਂ ਨੂੰ ਖਪਾ ਕੇ ਮਿੱਟੀ 'ਚ ਗਰਕ ਕਰ ਸਕਦਾ ਹੈ। ਇਹਨਾਂ ਨੂੰ ਖਾ ਕੇ ਸਪੁਰਦ ਕਰ ਸਕਦਾ ਹੈ। ਤਉ ਸਮਾ ਹਮ ਕਲੂ ਵਿਚਾਰਾ। ਪਰ ਮਹਾਰਾਜ ਜੀ ਕਹਿੰਦੇ ਹੈ ਸ਼ਰਦ ਧਾਰ, ਹੁਣ ਸਮਾਂ ਕਲਯੁਗ ਦਾ ਹੈ। ਇਹ ਕਲੀ ਕਾਲ ਦਾ ਸਮਾਂ ਹੈ। ਬਹੁਰ ਦੇ ਮਾਨੁਖ ਕੋ ਧਾਰਾ। ਇਹਦੇ ਵਿੱਚ ਅਸੀਂ ਮਨੁੱਖੀ ਸਰੀਰ ਧਾਰਨ ਕੀਤਾ ਤੇ ਇੱਕ ਮਨੁੱਖੀ ਸਰੀਰ ਦੇ ਵਿੱਚ ਜੋ ਮਰਿਆਦਾ ਹੁੰਦੀ ਹੈ ਉਹ ਅਸੀਂ ਪਾਲ ਰਹੇ ਹਾਂ। ਚਾਹੀਏ ਤਾਂ ਇੱਕ ਤੀਰ ਨਾਲ ਇਹਨਾਂ ਸਾਰੇ ਮਲੇਛਾਂ ਨੂੰ ਭਸਮ ਕਰ ਸਕਦੇ ਹਾਂ, ਪਰ ਅਸੀਂ ਮਨੁੱਖੀ ਸਰੀਰ ਧਾਰਿਆ। ਕਲੀ ਕਾਲ ਦਾ ਸਮਾਂ ਹੈ। ਇਸ ਕਲੀ ਕਾਲ ਦੇ ਸਮੇਂ ਵਿੱਚ ਜੋ ਇੱਕ ਮਨੁੱਖੀ ਸਰੀਰ ਦੀ ਮਰਿਆਦਾ ਹੁੰਦੀ ਅਸੀਂ ਆਪਣੇ ਪੰਥ ਨੂੰ ਸਿਖਾਉਣੀ ਹੈ। ਕਿਉਂਕਿ ਅਸੀਂ ਤਾਂ ਕਰਾਮਾਤ ਨਾਲ ਮਾਰ ਦਈਏ ਸਾਰਿਆਂ ਨੂੰ, ਪਰ ਸਾਡੇ ਜਾਣ ਤੋਂ ਬਾਅਦ ਸਾਡੇ ਪੰਥ ਨੇ, ਸਾਡੇ ਖਾਲਸੇ ਨੇ, ਫਿਰ ਉਹ ਕਿਵੇਂ ਕਰਨਗੇ?
ਉਹਨਾਂ ਵਾਸਤੇ ਅਸੀਂ ਪੂਰਨੇ ਪਾਉਣੇ ਨੇ ਕਿ ਮਨੁੱਖੀ ਸਰੀਰ ਵਿੱਚ ਰਹਿੰਦਿਆਂ ਕੇਵਲ ਮਨੁੱਖੀ ਤਨ ਦੇ ਬਲ ਨਾਲ ਇਹਨਾਂ ਜਰਵਾਣਿਆਂ ਨੂੰ ਖਤਮ ਕੀਤਾ ਜਾ ਸਕਦਾ, ਇਹਨਾਂ ਨੂੰ ਮਾਰਿਆ ਜਾ ਸਕਦਾ, ਇਹਨਾਂ ਕੋਲ ਰਾਜ ਖੋਇਆ ਜਾ ਸਕਦਾ। ਅਸੀਂ ਇਹ ਮਰਿਆਦਾ ਆਪਣੇ ਪੰਥ ਨੂੰ ਸਿਖਾਉਣੀ ਹੈ, ਤਦੇ ਮਨੁੱਖੀ ਸਰੀਰ ਦੀ ਜੋ ਮਰਿਆਦਾ ਹੈ ਉਹਦੇ ਵਿੱਚ ਅਸੀਂ ਵਿਚਰ ਰਹੇ ਹਾਂ। ਰਹਿਨ ਪਲੋ ਇਨਕੇ ਅਨੁਸਾਰੀ, ਔਰ ਇਸ ਮਨੁੱਖੀ ਸਰੀਰ ਦੇ ਅਨੁਸਾਰੀ ਹੋ ਕੇ, ਜੋ ਇੱਕ ਮਨੁੱਖੀ ਸਰੀਰ ਦੀ ਅਵਧੀ ਹੁੰਦੀ ਹੈ ਉਹਦੇ ਅਨੁਸਾਰੀ ਹੋ ਕੇ ਸਾਡਾ ਰਹਿਣਾ ਭਲਾ ਹੈ। ਨੈ ਚਈਅਤ ਮਿਰਜਾਦ ਬਿਗਾਰੀ, ਇਹ ਮਰਿਆਦਾ ਅਸੀਂ ਨਹੀਂ ਵਿਗਾੜਨਾ ਚਾਹੁੰਦੇ। ਕਲਾ ਦੇ ਨਾਲ ਚਾਹੀਏ, ਅਜ਼ਮਤ ਦੇ ਨਾਲ ਚਾਹੀਏ ਤਾਂ ਇਹਨਾਂ ਨੂੰ ਇੱਕ ਅੱਖ ਦੇ ਫੋਰ 'ਚ ਖਤਮ ਕਰ ਦਈਏ, ਪਰ ਮਹਾਰਾਜ ਜੀ ਕਹਿੰਦੇ ਅਸੀਂ ਇਹ ਮਰਿਆਦਾ ਨਹੀਂ ਵਿਗਾੜਨੀ। ਸਨੇ ਸਨੇ ਸਭ ਹੂਨ ਖਪਾਵੇਂ, ਮਹਾਰਾਜ ਜੀ ਕਹਿੰਦੇ ਸਾਡਾ ਪੰਥ ਤੇ ਅਸੀਂ ਪੰਥ ਦੇ ਵਿੱਚ ਵਰਤ ਕੇ, ਪੰਥ ਵਿੱਚ ਐਸਾ ਨਹੀਂ ਅਸੀਂ ਕਿਤੇ ਚਲੇ ਜਾਣਾ, ਅਸੀਂ ਆਪਣੇ ਪੰਥ ਦੇ ਵਿੱਚ ਸदैवी ਕਾਲ ਲਈ ਸਥਿਤ ਹੋ ਜਾਣਾ ਹੈ। ਜਿਵੇਂ ਰਵਿੰਦਰਨਾਥ ਟੈਗੋਰ ਜੀ ਜਦੋਂ ਦਰਬਾਰ ਸਾਹਿਬ ਆਏ ਨਾ, ਉਹਨਾਂ ਆਖਿਆ ਸੀ ਆ ਕੇ ਦਰਸ਼ਨ ਕਰਕੇ, ਰਾਮ ਜੀ ਆਏ ਚਲੇ ਗਏ, ਭਗਵਾਨ ਕ੍ਰਿਸ਼ਨ ਜੀ ਆਏ ਚਲੇ ਗਏ, ਹਜ਼ਰਤ ਮੁਹੰਮਦ ਸਾਹਿਬ ਆਏ ਚਲੇ ਗਏ, ਧੰਨ ਗੁਰੂ ਰਾਮਦਾਸ ਸਾਹਿਬ ਆਇਓ ਮੁੜ ਕੇ ਕਿਤੇ ਗਏ ਨਹੀਂ, ਉਹ ਸ੍ਰੀ ਹਰਿਮੰਦਰ ਸਾਹਿਬ ਵਿੱਚ ਸदैवी ਕਾਲ ਲਈ ਬਿਰਾਜਮਾਨ ਹੋ ਗਏ। ਤੈਸੇ ਕਲਗੀਧਰ ਪਾਤਸ਼ਾਹ ਆਏ ਪਟਨਾ ਸਾਹਿਬ ਦੀ ਧਰਤੀ ਤੇ ਪੋਹ ਦੀ 7ਵੀਂ ਵਾਲੇ ਦਿਨ, ਪ੍ਰਕਾਸ਼ ਧਾਰਨ ਕਰਕੇ ਆਏ ਪਰ ਕਿਤੇ ਗਏ ਨਹੀਂ, ਸदैवी ਕਾਲ ਵਾਸਤੇ ਆਪਣੇ ਖਾਲਸੇ ਪੰਥ ਦੇ ਵਿੱਚ ਵਸ ਗਏ, ਨਿਵਾਸ ਕਰ ਗਏ। ਮਹਾਰਾਜ ਜੀ ਦੱਸ ਰਹੇ ਨੇ ਕਿ ਸਹਿਜੇ ਸਹਿਜੇ ਅਸੀਂ ਆਪਣੇ ਪੰਥ ਵਿੱਚ ਵਿਚਰ ਕੇ ਇਹਨਾਂ ਮਲੇਛਾਂ ਨੂੰ ਖਪਾਵਾਂਗੇ, ਖਤਮ ਕਰਾਂਗੇ। ਤੁਰਕ ਨਗਾਰ ਬੰਦ ਨੇ ਪਾਵੇਂ, ਇਹਨਾਂ ਮਲੇਛਾਂ ਦਾ ਕੋਈ ਨਗਾਰ ਬੰਦ ਨਹੀਂ ਰਹੇਗਾ, ਇਹਨਾਂ ਦਾ ਕੋਈ ਨਗਾਰ ਬੰਦ, ਨਗਾਰਾ ਫੌਜ ਦੀ ਨਿਸ਼ਾਨੀ ਹੁੰਦੀ ਹੈ ਨਾ, ਕਹਿੰਦੇ ਇਹਨਾਂ ਦਾ ਕੋਈ ਨਗਾਰ ਬੰਦ ਨਹੀਂ ਰਹੇਗਾ, ਨਗਾਰਾ ਨਹੀਂ ਰਹੇਗਾ। ਸੁਨ ਰਵਾਲ ਗੁਰੂ ਕੀ ਬਾਣੀ, ਰਵਾਲ ਨੇ ਮਹਾਰਾਜ ਕਲਗੀਧਰ ਜੀ ਦੇ ਬਚਨ ਸੁਣੇ, ਸ਼ਰਦ ਧਾਰ ਵੀ ਲਾਗੇ ਖੜਾ ਸੀ, ਉਹਨੇ ਮਹਾਰਾਜ ਜੀ ਦੇ ਬਚਨ ਸੁਣੇ। ਭਰੀ ਵੀਰ ਰਸ ਆਪ ਬਖਾਨੀ, ਵੀਰ ਰਸ ਸਹਿਤ ਭਰੀ ਬਾਣੀ ਕਲਗੀਧਰ ਪਾਤਸ਼ਾਹ ਜੀ ਦੀ ਜਦੋਂ ਰਵਾਲ ਨੇ ਸੁਣੀ। ਅਨੀਕ ਨੀਲੇ ਸੰਗ ਕਰੋਰ, ਮਹਾਰਾਜ ਮੈਂ ਅਣਗਿਣਤ ਫੌਜਾਂ ਲੈ ਕਰਕੇ ਪਹੁੰਚੋ ਆਏ ਆਪ ਕੀ ਓਰ, ਮੈਂ ਆਪ ਜੀ ਦੀ ਸ਼ਰਨ ਵਿੱਚ ਆਵਾਂਗਾ, ਆਪ ਜੀ ਦੀ ਪਨਾਹ ਵਿੱਚ ਆਵਾਂਗਾ। ਸੈਨ ਭਿਆਨਕ ਬਨੇ ਪੁਚੰਗੀ, ਮਹਾਰਾਜ ਆਪ ਜੀ ਦਾ ਜਿਹੜਾ ਪੰਥ ਆ ਭੁਜੰਗੀਆਂ ਦੀ, ਕਿਉਂਕਿ ਇਹ ਨਾਗ ਜੂਨੀ ਸੀ ਨਾ ਰਵਾਲ ਦੀ, ਇਹ ਨਾਗ ਇੱਕ ਜਾਤੀ ਹੈ, ਨਾਗ ਜਾਤੀ ਤੋਂ ਨਾਗ ਜਾਤੀ ਹੋਣ ਕਰਕੇ ਇਹ ਕਹਿ ਰਿਹਾ ਮਹਾਰਾਜ ਸਾਡੇ ਜਿਤਨੇ ਰਵਾਲ ਨੇ, ਸਾਡੀਆਂ ਜਿਹੜੀਆਂ ਵੰਸ਼ਜ ਨੇ, ਉਹ ਆਪ ਜੀ ਦੇ ਪੰਥ ਵਿੱਚ ਸ਼ਰਨ ਵਿੱਚ ਆਉਣਗੀਆਂ। ਔਰ ਭੁਜੰਗੀਆਂ ਦਾ ਪੰਥ ਬੜਾ ਭਿਆਨਕ, ਭੁਜੰਗੀਆਂ ਦੀ ਸੈਨਾ, ਭੁਜੰਗੀ ਖਾਲਸੇ ਪੰਥ ਦੀਆਂ, ਤਬ ਉੱਠੇ ਸਿੰਘ ਭੁਜੰਗੀਏ ਨਿਲੰਬਰ ਧਾਰਾ। ਇਹ ਜਿਹੜਾ ਖਾਲਸਾ ਇਹਨਾਂ ਨੂੰ ਭੁਜੰਗੀ ਕਹਿੰਦੇ ਆ। ਭੁਜੰਗੀ ਭੁਜੰਗੀ ਕਿਉਂ ਕਹਿੰਦੇ ਆ? ਭੁਜੰਗ ਨਾਮ ਸੱਪ ਦਾ ਹੁੰਦਾ ਹੈ, ਤੇ ਭੁਜੰਗੀ ਸਰਪ ਦੇ ਬੱਚੇ ਨੂੰ ਕਹਿ ਦਿੰਦੇ ਹਨ। ਇਹ ਉਦੋਂ ਵੀ ਸ਼ਬਦ ਪਿਆ, ਉਦੋਂ ਵੀ ਇਹ ਨਾਮ ਵਰਤਿਆ ਗਿਆ ਜਦੋਂ ਕਿਹਾ ਸੀ ਸੁੱਚੇ ਨੰਦ ਨੇ, ਇਹ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ, ਇਹ ਨਾਗ ਦੇ ਬੱਚੇ ਨੇ, ਨਾਗ ਦੇ। ਤੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਹਾਂ ਅਸੀਂ ਭੁਜੰਗੀ ਹਾਂ, ਭੁਜੰਗੀ। ਤਬ ਉੱਠੇ ਸਿੰਘ ਭੁਜੰਗੀਏ। ਜਫਰਨਾਮੇ 'ਚ ਕਲਗੀਧਰ ਨੇ ਆਪਣੇ ਪੰਥ ਨੂੰ ਭੁਜੰਗੀ ਦੀ, ਭੁਜੰਗ ਹੋਣ ਦੀ ਇਹ ਮਰਿਆਦਾ ਦੱਸੀ ਆ, ਦੱਸਿਆ ਕਿ ਬਾਕੀ ਬੇਬਾਂਦਸਤ ਪੇਚੀਦਾ ਮਾਰ, ਕਿ ਕੁੰਡਲੀਆ ਨਾਗ ਮੇਰਾ ਖਾਲਸਾ ਪੰਥ ਹੈ। ਇਸੇ ਕਰਕੇ ਸਿੰਘ ਦੇ ਬੱਚੇ ਨੂੰ ਅੱਜ ਵੀ ਭੁਜੰਗੀ ਕਹਿੰਦੇ ਨੇ, ਭੁਜੰਗੀ ਸਿੰਘ। ਤੋ ਜਿਹੜੇ ਜੰਗ ਦੇ ਮੈਦਾਨ 'ਚ ਜੂਝਣ ਵਾਲੇ ਜੁਝਾਰੂ ਸੂਰਮੇ ਨੇ, ਉਹਨਾਂ ਨੂੰ ਵੀ ਭੁਜੰਗੀ ਕਹਿੰਦੇ ਹਨ, ਕਿਉਂਕਿ ਵੀਰ ਰਸ ਦੀ ਬਿਰਤੀ ਨਾਲ ਭਰੇ ਹੁੰਦੇ ਨੇ। ਮਹਾਰਾਜ ਤੁਹਾਡੇ ਜਿਹੜੇ ਭੁਜੰਗੀ ਸੈਨਾ ਜਿਹੜੀ ਹੈ ਖਾਲਸੇ ਦੀ, ਉਹ ਬੇਅੰਤ ਹੋਵੇਗੀ। ਸੁਨੋ ਪਿਤਾ ਜੀ ਹੋਏ ਇੱਕ ਰੰਗੀ, ਇਹ ਕਹਿਣ ਲੱਗਾ ਮਹਾਰਾਜ ਤੁਸੀਂ ਮੇਰੇ ਪਿਤਾ ਹੋ। ਇਹ ਪਿਤਾ ਜੀ
ਤੁਹਾਡਾ ਜਿਹੜਾ ਪੰਥ ਹੋਵੇਗਾ ਭੁਜੰਗੀਆਂ ਦੀ ਸੈਨਾ ਹੋਵੇਗੀ, ਇੱਕ ਰੰਗੀ ਹੋਵੇਗੀ। ਇੱਕ ਰੰਗੀ ਦਾ ਮਤਲਬ ਲੀਲੀਆਂ ਕੇਸਰੀਆਂ, ਦਮਾਲੇ, ਦਸਤਾਰਾਂ, ਚੰਦ ਤੋੜੇ, ਚੱਕਰ, ਨੀਲੇ ਬਾਣੇ, ਇਦਾਂ ਦਾ ਇੱਕ ਰੰਗੀ ਆਪ ਜੀ ਦੀ ਫੌਜ ਹੋਵੇਗੀ। ਜਬੇ ਸਮਾਂ ਪਹੁੰਚੇ ਗੋ ਆਈ, ਜਦੋਂ ਇਹ ਸਮਾਂ ਪਹੁੰਚੇਗਾ ਆਪ ਜੀ ਦੇ ਪੰਥ ਦੇ ਪ੍ਰਤਾਪ ਦਾ, ਸ਼ਤਰੂ ਸਨ ਤਵ ਕਰੋ ਲੜਾਈ। ਮਹਾਰਾਜ ਉਦੋਂ ਆਪ ਜੀ ਦੇ ਭੁਜੰਗੀ ਆਪ ਜੀ ਦਾ ਇਹ ਖਾਲਸਾ ਦੁਸ਼ਮਣਾਂ ਦੇ ਨਾਲ ਲੜ ਕੇ ਵੈਰੀਆਂ ਨੂੰ ਖਤਮ ਕਰੇਗਾ। ਆਪ ਜੀ ਦੀ ਪੰਥ ਦੇ ਵਿੱਚ ਸ਼ਰਨ ਦੇ ਵਿੱਚ ਮੈਂ ਵੀ ਵਰਤਾਂਗਾ। ਜੀਤੋਂ ਗੰਧਰਵ ਦੇਸ਼ ਵਿਸਾਲਾ, ਆ ਜਿਹੜਾ ਗੰਧਰਵਾਂ ਦਾ ਦੇਸ਼ ਹੈ ਇਹ ਜਿੱਤ ਲਵਾਂਗੇ। ਗਰਦਸ਼ ਕਰੋ ਤੁਰਕ ਸੰਘਾਰ, ਔਰ ਆ ਤੁਰਕਾਂ ਦਾ, ਮਲੇਸ਼ਾਂ ਦਾ ਨਾਸ਼ ਕਰਕੇ ਇਹਨਾਂ ਨੂੰ ਗਰਦਸ਼ ਵਿੱਚ ਮਿਲਾ ਦੇਵਾਂਗੇ। ਨਹੀਂ ਰਹਿਣ ਪਾਪੀ ਤਿਸ ਬਾਰ, ਆ ਵੱਡੇ ਵੱਡੇ ਪਾਪੀ ਉਸ ਵੇਲੇ ਨਹੀਂ ਰਹਿਣਗੇ। ਬਰਖ 50 ਚਾਨਣਾ ਕਰੋ, 50 ਸਾਲ ਤੱਕ ਆਪ ਜੀ ਦੇ ਪੰਥ ਦਾ ਫਿਰ ਰਾਜ ਰਹੇਗਾ। ਇਹ ਭਵਿੱਖਤ ਬਚਨ 100 ਸਾਖੀ ਵਿੱਚ ਆ ਰਹੇ ਨੇ ਕਿ 50 ਸਾਲ ਤੱਕ ਆਪ ਜੀ ਦੇ ਪੰਥ ਦੇ ਰਾਜ ਦਾ ਚਾਨਣਾ ਰਹੇਗਾ। ਤੇ ਰਿਹਾ ਤਕਰੀਬਨ 50 ਸਾਲ ਦਾ ਸਮਾਂ ਬਣਦਾ ਸ਼ੇਰੇ ਪੰਜਾਬ ਰਣਜੀਤ ਸਿੰਘ ਖਾਲਸੇ ਰਾਜ ਦਾ। ਮਿਸਲਾਂ ਦੇ ਰਾਜ ਸਨ ਪਹਿਲਾਂ ਵੱਖੋ ਵੱਖਰੇ, ਪਰ ਸੰਪੂਰਨ ਰੂਪ ਦੇ ਵਿੱਚ ਜੇ ਰਾਜ ਵੇਖੀਏ ਤਾਂ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ, ਜਿਹਨਾਂ ਸਾਰੀਆਂ ਮਿਸਲਾਂ ਇਕੱਠੀਆਂ ਕਰਕੇ ਕਰਾਗ ਸਥਾਪਿਤ ਕੀਤਾ, ਤਾਂ ਉਹਦੀ ਅਵਧੀ, ਉਹਦਾ ਸਮਾਂ ਤਕਰੀਬਨ 40 ਸਾਲ ਵੀ ਕਹਿੰਦੇ, ਪਰ ਕੁੱਲ ਮਿਲਾ ਕੇ ਜਿਹਦਾ ਸਾਰਾ ਸਮਾਂ ਜੋੜੀਏ ਤੇ ਉਹ 50 ਸਾਲ ਹੀ ਬਣਦਾ ਹੈ। ਕਿ 50 ਸਾਲ ਤੱਕ ਫਿਰ ਆਪ ਜੀ ਦੇ ਪੰਥ ਦੇ ਰਾਜ ਦਾ ਚਾਨਣਾ ਰਹੇਗਾ। ਸਾਗਰ ਲਗ ਪ੍ਰਤਾਪ ਜਸ ਧਰੋ, ਸਮੁੰਦਰ ਦੇ ਪੂਰੇ ਪਰੰਤ ਤੱਕ ਆਪ ਜੀ ਦੇ ਖਾਲਸੇ ਪੰਥ ਦਾ ਪ੍ਰਤਾਪ ਹੋਣਾ ਹੈ। ਜੋ ਕਪੀਸ਼ ਗੰਧਰਵ ਕੀ ਸੰਤਤ, ਉਸ ਤੋਂ ਬਾਅਦ ਮਹਾਰਾਜ ਜੀ ਜਿਹੜੇ ਆ ਕਪੀਸ਼ ਗੋਰੇ, ਉਹਨਾਂ ਨੂੰ ਕਪੀਸ਼ ਕੀ ਗੰਧਰਵ ਦੀ ਵਿਦਵਾਨ ਇਹਦਾ ਅਰਥ ਕਰਦੇ ਆ ਗਿਆਨੀ ਸਿੰਘ ਕਿ ਜਿਹੜੇ ਆ ਗੋਰੇ ਨੇ, ਜਿਨ੍ਹਾਂ ਨੂੰ ਫਿਰੰਗੀ ਕਹਿੰਦੇ ਨੇ, ਉਹ ਜਿਹੜੇ ਫਿਰੰਗੀ ਹਨ, ਜ਼ਿਮੀ ਦਬਾਏ ਲਏਗੀ ਸੰਤਤ, ਇਹ ਉਹਦੀ ਜਿਹੜੀ ਔਲਾਦ ਹੋਵੇਗੀ ਨਾ ਗੰਧਰਵਾਂ ਦੀ, ਇਹ ਜਿਹੜੇ ਕਪੀਸ਼ ਨੇ ਇਹਨਾਂ ਦੀ ਜਿਹੜੀ ਔਲਾਦ ਹੋਵੇਗੀ, ਮਹਾਰਾਜ ਉਹ ਆ ਕੇ ਇਹ ਫਿਰੰਗੀ ਪੰਜਾਬ ਦੀ ਧਰਤੀ ਨੂੰ ਦਬਾ ਲੈਣਗੇ, ਆਪਣੇ ਅਧੀਨ ਕਰ ਲੈਣਗੇ। ਹਾਂਜੀ, ਧਰੇ ਮਲੇਛ ਭਾਵ ਜੋ ਤਨ ਮੈਂ, ਇਹ ਮਲੇਛ ਹੋਣਗੇ ਰੱਜ ਕੇ, ਮਲੇਛ ਭਾਵ ਇਹਨਾਂ ਦੇ ਅੰਦਰ ਹੋਵੇਗਾ। ਸਬਨ ਪਲਾਏ ਦਿਓ ਹੋ ਰਨ ਮੈਂ, ਫਿਰ ਇੱਕ ਵਾਰੀ ਖਾਲਸੇ ਨਾਲ ਇਹਨਾਂ ਦੇ ਭੇੜ ਹੋਣਗੇ, ਖਾਲਸੇ ਅੱਗੇ ਥਰ ਥਰ ਕੰਬਣਗੇ, ਭੱਜਣਗੇ। ਪੰਥ ਖਾਲਸਾ ਰਾਖ ਦਿਖਾਵੋ, ਖਾਲਸਾ ਪੰਥ ਆਪ ਜੀ ਦਾ ਫਿਰ ਵੀ ਰਹੇਗਾ। ਇਹ ਆ ਜਾਣਗੇ ਭਾਵੇਂ, ਪਰ ਆਪ ਜੀ ਦਾ ਖਾਲਸਾ ਪੰਥ ਫਿਰ ਵੀ ਰਹੇਗਾ, ਸदैवी ਹੈ। ਤੇਜ ਬਿਲੰਦ ਜਗਤ ਬਿਦਤਾਵੋ, ਸਾਰੇ ਜਗਤ ਵਿੱਚ ਆਪ ਜੀ ਦੇ ਖਾਲਸੇ ਪੰਥ ਦਾ ਤੇਜ ਵਰਤੇਗਾ। ਕਰੋ ਬਿਹਾ ਲੈ ਮਦਨਾ ਨਾਰੀ, ਉਸ ਵਕਤ ਮਹਾਰਾਜ ਖਾਲਸੇ ਦੇ ਵਿੱਚ ਹੀ ਮੈਂ ਵਰਤਾਂਗਾ, ਪੰਥ ਵਿੱਚ ਮੈਂ ਆਪ ਜੀ ਦੇ ਸਿੰਘਾਂ ਦੇ ਘਰੇ ਜਨਮ ਲੈ ਕੇ ਆਵਾਂਗਾ ਮਹਾਰਾਜ। ਤੇ ਮਹਾਰਾਜ ਇਹ ਭਵਿੱਖਤ ਬਚਨ ਹਨ, 100 ਸਾਖੀ ਦੇ ਬਚਨ ਜਿਵੇਂ ਲਿਖੇ ਭਾਈ ਸਾਹਿਬ ਨੇ ਬਿਨ ਉਸੇ ਤਰ੍ਹਾਂ ਇੱਥੇ ਲਿਖ ਦਿੱਤੇ ਨੇ, ਪੂਰਨ ਰੂਪ ਵਿੱਚ ਸਮਝ ਵਿੱਚ ਨਹੀਂ ਪੈਂਦੇ, ਇਸ ਕਰਕੇ ਮੈਂ ਕੇਵਲ ਅਖਰੀ ਅਰਥ ਕਰਦਾ ਚਲਿਆ ਜਾਵਾਂ। ਜਿਹੜੇ ਸਮਝ ਪੈਂਦੇ ਨੇ ਉਹ ਸਮਝ ਹੀ ਚੱਲਦੇ ਹਾਂ, ਪਰ ਕੁਝ ਜਿਹੜੇ ਬਚਨ ਆਉਣ ਵਾਲੇ ਸਮੇਂ 'ਚ ਹੋਣੇ ਹੁੰਦੇ ਆ, ਅੱਜ ਅਸੀਂ ਜੇ ਉਹਦੀ ਕਲਪਨਾ ਕਰੀਓ ਸਾਡੀ ਕਲਪਨਾ ਵਿੱਚ ਵੀ ਨਹੀਂ ਆਉਂਦਾ। ਤੋ ਕਲਪਨਾ ਵੀ ਤਾਂ ਉਸੇ ਦੀ ਹੁੰਦੀ ਹੈ ਜੋ ਹੋ ਸਕੇ, ਪਰ ਕਈ ਵਾਰੀ ਕਲਪਨਾ ਹੁੰਦੀ ਆ ਸਾਨੂੰ ਸਮਝ ਵਿੱਚ ਨਹੀਂ ਆਉਂਦਾ ਵੀ ਇਦਾਂ ਕਿਵੇਂ ਹੋ ਸਕਦਾ। ਅੱਜ ਤੋਂ ਜੇ 100-150 ਸਾਲ ਪਹਿਲਾਂ ਲੋਕ ਕਹਿੰਦੇ ਹੋਣਗੇ, 200 ਸਾਲ ਪਹਿਲਾਂ ਵੀ ਹਵਾ 'ਚ ਜਹਾਜ਼ ਉੱਡਿਆ ਕਰਨਗੇ, ਉਦੋਂ ਲੋਕ ਸੋਚਦੇ ਹੋਣਗੇ ਵੀ ਹਵਾ 'ਚ ਜਹਾਜ਼ ਕਿਵੇਂ ਉੱਡ ਸਕਦੇ, ਬੰਦੇ ਕਿਵੇਂ ਉੱਡ ਸਕਦੇ ਆ। ਪਰ ਉਹ ਭਵਿੱਖਤ ਬਚਨ ਉਦੋਂ ਕਿਸੇ ਕਿਹਾ ਹੋਵੇਗਾ ਜਿਹਨੇ ਖੋਜ ਕੀਤੀ ਹੋਣੀ ਹੈ 100-125 ਸਾਲ ਪਹਿਲਾਂ, ਤੋ ਅੱਜ ਸੱਤ ਹੋ ਰਹੀ ਹੈ। ਤੋ ਇਸੇ ਤਰ੍ਹਾਂ ਜੋ ਭਵਿੱਖ ਵਿੱਚ ਹੋਣਾ ਹੁੰਦਾ, ਕਈ ਵਾਰ ਉਹ ਬਚਨ ਹੋ ਜਾਂਦੇ ਆ, ਪਰ ਸਮਝ ਉਦੋਂ ਹੀ ਆਉਂਦੇ ਆ ਜਦੋਂ ਵਰਤਦੇ ਨੇ। ਕਹਿੰਦਾ ਜੀ ਤੁਹਾਡੇ ਹੀ ਪੰਥ ਵਿੱਚ ਆਵਾਂਗਾ, ਕਿ ਮਦਨਾ ਨਾਮ ਦੀ ਇਸਤਰੀ ਨਾਲ ਮੇਰੀ ਸ਼ਾਦੀ ਹੋਵੇਗੀ, ਤੁਹਾਡੇ ਸਿੰਘਾਂ ਦੇ ਘਰ ਵਿੱਚ ਹੀ ਮੇਰਾ ਜਨਮ ਹੋਵੇਗਾ।
ਪੁੱਤਰ ਉਪਾਵੋ ਦ્વੈ ਬਲ ਭਾਰੀ। ਮੇਰੇ ਦੋ ਪੁੱਤਰ ਹੋਣਗੇ ਬੜੇ ਬਲਵਾਨ, ਜਬ ਵੈ ਰਾਜ ਸਾਜ ਪਰ ਐ। ਉਹਨਾਂ ਨੂੰ ਜਦੋਂ ਰਾਜ ਸਾਜ ਪ੍ਰਾਪਤ ਹੋਵੇਗਾ ਤਬ ਸਰੀਰ ਆਪਨ ਤਜ ਦੈ। ਫਿਰ ਮੈਂ ਆਪਣਾ ਸਰੀਰ ਤਜ ਦੇਵਾਂਗਾ, ਤਿਆਗ ਦੇਵਾਂਗਾ। ਮੁਝ ਪੀਛੇ ਬੜ ਹੋਏ ਲੜਾਈ। ਮੇਰੇ ਜਾਣ ਤੋਂ ਬਾਅਦ ਫਿਰ ਵੱਡੀ ਲੜਾਈ ਹੋਵੇਗੀ, ਖੰਡਨ ਕਰੇ ਪ੍ਰਜਾ ਸਮੁਦਾਇ। ਔਰ ਸਾਰੀ ਪ੍ਰਜਾ ਇੱਕ ਵਾਰੀ ਟੁਕੜੇ ਟੁਕੜੇ ਹੋ ਜਾਵੇਗੀ। ਇਕ ਸੁਤ ਕੋ ਹੋਏ ਰਾਜ ਵਿਸ਼ੇਸ਼ੋ। ਉਦੋਂ ਇੱਕ ਪੁੱਤਰ ਦਾ ਵਿਸ਼ੇਸ਼ ਰਾਜ ਹੋਵੇਗਾ। ਦੇਸ਼ ਕਾਮਗੜ ਲਗੋ ਅਸ਼ੇਸ਼ੋ। ਜਿਹੜਾ ਕਾਮਾਗੜ ਹੈ ਉੱਥੇ ਜਾ ਕੇ ਉਹ ਦੇਸ਼ ਰਾਜ ਕਰਨਗੇ। ਦਿੱਲੀ ਤੀਰਥ ਬੜੋ ਪ੍ਰਯਾਗੂ। ਦਿੱਲੀ ਔਰ ਪ੍ਰਯਾਗਰਾਜ ਆਦਿਕ ਤੀਰਥ ਜਿਹੜੇ ਹਨ, ਜੈ ਲਗ ਪੂਰਬ ਕੇਰ ਵਿਭਾਗੂ। ਪੂਰਬ ਦੇਸ਼ ਤੱਕ ਦਾ ਜਿੰਨਾ ਹਿੱਸਾ ਉੱਥੇ ਉਹ ਰਾਜ ਕਰਨਗੇ। ਸਭ ਕੋ ਰਾਜ ਕਰੇ ਮਮ ਨੰਦ। ਉਹ ਜਿਹੜੇ ਨੇ ਅੱਗੇ ਰਾਜ ਕਰਨਗੇ ਉਸ ਪੂਰਬ ਦਿਸ਼ਾ ਵਿੱਚ। ਸੁਜਸ ਪ੍ਰਤਾਪ ਵਧਾਏ ਬਿਲੰਦ। ਉਹ ਗੁਰੂ ਖਾਲਸੇ ਦਾ ਸੁਜਸ ਪ੍ਰਤਾਪ ਵਧਾਉਣਗੇ। ਸਿੰਧ ਮਹਾਨਦ ਬਹਿਤ ਚਨਾਉ। ਜਿੱਥੇ ਸਿੰਧ ਨਦੀ ਵਗਦੀ ਹੈ, ਜਿੱਥੇ ਚਨਾਹ ਵਗਦਾ ਹੈ, ਰਾਵੀ ਸੁਤਦਰਵ ਲਗੋ ਪ੍ਰਭਾਵ। ਜਿੱਥੇ ਰਾਵੀ ਤੇ ਸਤਲੁਜ ਦਰਿਆ ਵਗਦੇ ਹਨ, ਦੁਤੀਏ ਨੰਦਨ ਕੋ ਹੋਏ ਰਾਜ। ਉੱਥੇ ਦੂਸਰੇ ਪੁੱਤ ਦਾ ਰਾਜ, ਯਾਨੀ ਕਿ ਤੁਹਾਡੇ ਖਾਲਸੇ ਵਿੱਚ ਹੀ ਜਨਮ ਹੋਣਾ, ਉਹਨਾਂ ਦਾ ਪੰਥ ਵਿੱਚ ਹੀ ਉਹ ਸਿੰਘ ਹੋਣਗੇ ਤੇ ਉਹਨਾਂ ਦਾ ਰਾਜ ਆ ਜਿਹੜਾ ਚਨਾਹ ਹੈ, ਸਤਲੁਜ ਦਰਿਆ ਹੈ, ਸਿੰਧ ਨਦੀ ਤੱਕ, ਉਹਦਾ ਰਾਜ ਖਾਲਸੇ ਦਾ ਰਾਜ ਹੋਣਾ। ਇੱਕ ਦਾ ਇਧਰ ਪੂਰਬ ਦਿਸ਼ਾ ਵਾਲੇ ਪਾਸੇ ਹੋਣਾ। ਇਦਾਂ ਦੱਸ ਰਿਹਾ ਕਿ ਜਾਨੀ ਕਿ ਇਦਾਂ ਗੱਲ ਕੁੱਲ ਮਿਲਾ ਕੇ ਜੇ ਸਮਝ ਲਈਏ, ਮਹਾਰਾਜ ਸਾਰੀ ਧਰਤੀ ਦੇ ਉੱਤੇ ਆਪ ਜੀ ਦੇ ਪੰਥ ਦਾ, ਆਪ ਜੀ ਦੇ ਖਾਲਸੇ ਦਾ ਰਾਜ ਹੋਣਾ ਔਰ ਖਾਲਸੇ ਦੇ ਨਿਸ਼ਾਨ ਝੂਲਣੇ ਹਨ। ਵਦੇ ਵਿਭੂਤ ਵਿਸਾਲ ਸਮਾਜ। ਬਹੁਤ ਜ਼ਿਆਦੀ ਵਿਭੂਤੀ ਖਾਲਸੇ ਪੰਥ ਦੇ ਕੋਲ ਹੋਵੇਗੀ, ਵਧੇਗੀ। ਪੁਰ ਕਸ਼ਮੀਰ ਸੋ ਪশ্ਚਮ ਦਿਸ਼ ਕੋ। ਫਿਰ ਇਧਰ ਪੱਛਮ ਦਿਸ਼ਾ ਤੇ ਕਸ਼ਮੀਰ ਦਾ ਜਿਹੜਾ ਇਲਾਕਾ ਹੈ, ਸਭ ਮੈਂ ਰਾਜ ਹੋਏ ਹੈ ਤਿਸ ਕੋ। ਇਹਨਾਂ ਸਾਰਿਆਂ ਵਿੱਚ ਖਾਲਸੇ ਦਾ ਹੀ ਰਾਜ ਹੋਣਾ ਮਹਾਰਾਜ। ਵਰਨ ਆਲਮੀ ਕਰੇ ਉਚਾਰਾ। ਔਰ ਵਰਨ ਆਲਮੀ ਕਿਹਾ ਜਾਵੇਗਾ। ਇਮ ਕੈ ਗੁਰ ਕੇ ਸੰਗ ਸਿਧਾਰਾ। ਏਦਾਂ ਕਹਿ ਕੇ ਰਵਾਲ ਸਤਿਗੁਰੂ ਜੀ ਦੇ ਨਾਲ ਨਾਲ ਚੱਲ ਪਿਆ। ਸਰਦ ਧਾਰ ਬਿਨਤੀ ਕੈ ਐਸੀ। ਦੂਜਾ ਸ਼ਰਦ ਧਾਰ ਉੱਥੇ ਹੀ ਖੜਾ ਸੀ, ਫਿਰ ਉਹ ਵੀ ਬੋਲਿਆ ਬੇਨਤੀ ਕਰਦਿਆਂ ਕਹਿਣ ਲੱਗਾ, ਹੇ ਪ੍ਰਭੂ ਮੁਝ ਕੋ ਆਗਿਆ ਕੈਸੀ। ਮਹਾਰਾਜ ਮੇਰੇ ਪ੍ਰਤੀ ਕੀ ਹੁਕਮ ਹੈ, ਹੁਣ ਮੇਰੇ ਲਈ ਕੀ ਆਗਿਆ ਹੈ, ਆਪ ਜੀ ਹੁਕਮ ਕਰੋ। ਮਹਾਰਾਜ ਧਨ ਪਤ ਅਲਿਕੇਸ਼। ਮਹਾਰਾਜ ਮੈਂ ਕੁਬੇਰ ਤੋਂ ਆਇਆ, ਧਨ ਦਾ ਜਿਹੜਾ ਪਤੀ ਹੈ ਨਾ ਕੁਬੇਰ ਦੇਵਤਾ, ਉਹਦੇ ਕੋਲੋਂ ਚੱਲ ਕੇ ਆਇਆ। ਖਾਲਸਾ ਜੀ ਸੂਖਮ ਤਰੰਗੀ ਬਾਤਾਂ ਹਨ। ਰਿਵਾਲ ਤੇ ਜਿਹੜਾ ਸ਼ਰਦ ਧਾਰ ਜਕਸ਼ ਹੈ, ਸੂਖਮ ਰੂਪ ਵਿੱਚ ਹੀ ਸਤਿਗੁਰਾਂ ਕੋਲ ਆਇਆ। ਸਥੂਲ ਦ੍ਰਿਸ਼ਟੀ ਨਾਲ ਸਾਡੀ ਉੱਥੇ ਪਹੁੰਚ ਨਹੀਂ, ਗੁਰਦੇਵ ਸੂਖਮ ਦ੍ਰਿਸ਼ਟੀ ਨਾਲ ਪੂਰੇ ਸੂਖਮ ਮੰਡਲ ਦੇ ਵਰਤਾਰੇ ਨੂੰ ਵੇਖਦੇ ਨੇ, ਜਾਣਦੇ ਨੇ ਕਿੱਥੇ ਕੀ ਵਰਤ ਰਿਹਾ ਹੈ। ਦ੍ਰਿਸ਼ਮਾਨ ਪਸਾਰੇ ਨਾਲੋਂ ਕਈ ਗੁਣਾ ਵੱਧ ਅਦ੍ਰਿਸ਼ ਪਸਾਰਾ ਵੀ ਹੈ, ਜੋ ਦਿਸਦਾ ਨਹੀਂ ਹੈ ਪਰ ਹੈ। ਉਹ ਅਦ੍ਰਿਸ਼ ਮੰਡਲ ਦੇ ਵਰਤਾਰੇ ਵਿੱਚ ਬਹੁਤ ਕੁਝ ਐਸਾ ਜੋ ਦਿਸਦਾ ਨਹੀਂ ਪਰ ਹੈ ਨਾ, ਬਹੁਤ ਕੁਝ ਐਸਾ ਹੈ, ਉਹ ਕੇਵਲ ਮਾਣਿਆ ਜਾ ਸਕਦਾ ਹੈ। ਕਲਗੀਧਰ ਪਾਤਸ਼ਾਹ ਨੂੰ ਸ਼ਰਦ ਧਾਰ ਕਹਿਣ ਲੱਗਾ, ਮਹਾਰਾਜ ਮੈਂ ਧਨ, ਜਿਹੜਾ ਧਨ ਦਾ ਦੇਵਤਾ ਕੁਬੇਰ ਹੈ, ਉਹ ਸਾਡਾ ਸੁਆਮੀ ਹੈ। ਜੱਛਾਂ ਦਾ ਜਿਹੜਾ ਦੇਵਤਾ ਕੁਬੇਰ ਹੈ, ਉਹਦੇ ਕੋਲ ਮੈਂ ਜਾ ਰਿਹਾ। ਤਿਸ ਪ੍ਰਤ ਕਈਏ ਕੁਝ ਸੰਦੇਸ਼। ਮਹਾਰਾਜ ਕੁਬੇਰ ਦੇਵਤੇ ਦੇ ਕੋਲ ਆਪ ਜੀ ਦਾ ਕੋਈ ਹੁਕਮ ਹੋਵੇ ਉਹਨੂੰ ਕਰਨ ਲਈ ਮੈਂ ਜਾ ਰਿਹਾ। ਆਪ ਜੀ ਦਾ ਹੁਕਮ ਹੋਵੇ, ਉਹਨੂੰ ਕੋਈ ਹੁਕਮ ਕਰਨਾ ਹੋਵੇ ਤਾਂ ਹੁਕਮ ਕਰੋ। ਤਿਸ ਕੋ ਪਟਿਓ ਆਪ ਟਿਗ ਆਇਓ। ਮੈਂ ਕੁਬੇਰ ਦਾ ਭੇਜਿਆ ਹੋਇਆ ਹੀ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਜਿਮ ਪਾਕਿਓ ਮੈਂ ਆਨ ਸੁਨਾਇਓ। ਜਿਵੇਂ ਉਸਨੇ ਕਿਹਾ ਸੀ ਮੈਂ ਤਿਵੇਂ ਆਪ ਜੀ ਦੇ ਚਰਨਾਂ ਚ ਆ ਕੇ ਬੇਨਤੀ ਕੀਤੀ ਹੈ। ਤੁਮ ਜਿਮ ਕਹੋ ਸੁਨਾਵਨ ਕਰੋ। ਤੁਸੀਂ ਜਿਵੇਂ ਹੁਣ ਕਹੋਗੇ ਮੈਂ ਜਾ ਕੇ ਕੁਬੇਰ ਨੂੰ ਸੁਣਾ ਦਿਆਂਗਾ। ਸਕਲ ਜਚ ਰਾਵਰ ਅਨੁਸਰੋ। ਸਾਡੇ ਜਿਤਨੇ ਯਕਸ਼ ਨੇ ਮਹਾਰਾਜ ਕੁਬੇਰ ਦੇ ਸਮੇਤ ਸਭ ਤੁਹਾਡੇ ਅਨੁਸਾਰੀ ਹਨ। ਇੱਥੇ ਭਾਈ ਸਾਹਿਬ ਤੇ ਸੋ ਸਾਖੀ ਦੇ ਕਰਤੇ ਨੇ ਦਰਸਾਇਆ ਹੈ ਕਿ ਕਲਗੀਧਰ ਜੀ ਨਾਲ ਸਾਰੇ ਦੇਵੀ ਦੇਵਤਿਆਂ ਦੇ ਇਸ਼ਟ ਨੇ, ਸ਼੍ਰੋਮਣੀ ਨੇ, ਸਰਵੋਤਮ ਨੇ। ਸਭ ਤੋਂ ਗੁਰ ਜੈਸਾ ਨਹੀਂ ਕੋ ਦੇਵ। ਇਹ ਦੇਵਤੇ ਸਾਰੇ ਗੁਰੂ ਸਾਹਿਬ ਦੀ ਸ਼ਰਨ ਚ ਨੇ। ਮਹਾਰਾਜ ਜੀ ਦੀ ਉਪਮਾ ਕਰਦੇ, ਸਤਿਗੁਰਾਂ ਦੀ ਵਡਿਆਈ ਕਰਦੇ ਨੇ।
ਕਹਿਣ ਲੱਗਾ ਜੀ ਅਸੀਂ ਜਿਤਨੇ ਯਕਸ਼ ਹਾਂ ਕੁਬੇਰ ਦੇ ਸਮੇਤ, ਕੁਬੇਰ ਵੀ ਯਕਸ਼ ਹੈ, ਧਨ ਦਾ ਦੇਵਤਾ ਕਿਹਾ ਜਾਂਦਾ ਹੈ ਕੁਬੇਰਪੁਰੀ 'ਚ। ਮਹਾਰਾਜ ਉਹ ਵੀ ਆਪ ਜੀ ਦੇ ਚਰਨਾਂ ਦਾ ਸੇਵਕ ਹੈ। ਨਹੀਂ ਤਾਂ ਮੈਂ ਗਮਨੋ ਸੰਗ ਤੁਮਾਰੇ। ਤੇ ਆਪ ਜੀ ਦਾ ਕੀ ਹੁਕਮ ਹੈ? ਮਹਾਰਾਜ ਮੈਂ ਤਾਂ ਆਇਆ ਸੀ ਬੇਨਤੀ ਕਰਨ ਲਈ, ਇਹ ਤਾਂ ਆਪ ਜੀ ਸੁਭਾਵਕ ਇੱਥੇ ਆ ਗਏ ਤਾਂ ਇੱਥੇ ਆ ਗਿਆ। ਜੇ ਇਹ ਬੇਨਤੀ ਆਪ ਜੀ ਇੱਥੇ ਪ੍ਰਵਾਨ ਕਰ ਲੋ ਤਾਂ ਠੀਕ ਹੈ, ਪਰ ਜੇ ਤੁਸੀਂ ਕਹੋ ਵੀ ਇਹ ਤਾਂ ਅਸੀਂ ਬੁਲਾਇਆ ਤੂੰ ਤਾਂ ਆਇਆ ਇੱਥੇ, ਤਾਂ ਮਹਾਰਾਜ ਮੈਂ ਤੁਹਾਡੇ ਨਾਲ ਸ੍ਰੀ ਅਨੰਦਪੁਰ ਸਾਹਿਬ ਚੱਲਾਂਗਾ, ਫਿਰ ਇਹ ਬੇਨਤੀ ਉੱਥੇ ਆਪ ਜੀ ਦੇ ਘਰ 'ਚ ਜਾ ਕੇ ਆਪ ਜੀ ਨੂੰ ਕਰ ਲਵਾਂਗਾ। ਵੀ ਕਿਤੇ ਇਹ ਨਾ ਕਹੋ ਕਿ ਰਸਤੇ ਵਿੱਚ ਮਿਲੇ ਆ, ਇੱਥੇ ਬਾਹਰ ਆ ਕੇ ਤੇ ਇੱਥੇ ਹੀ ਆਪਣੀ ਬੇਨਤੀ ਕਰ ਲਈ। ਮਹਾਰਾਜ ਜੋ ਬੇਨਤੀ ਕੁਬੇਰ ਨੇ ਮੈਨੂੰ ਕਰਨ ਲਈ ਭੇਜਿਆ ਉਹ ਆਪ ਜੀ ਨੂੰ ਇੱਥੇ ਕਰ ਰਿਹਾ, ਜੇ ਪ੍ਰਵਾਨ ਕਰ ਲੋ ਤਾਂ ਠੀਕ, ਪਰ ਜੇ ਤੁਸੀਂ ਕਹੋ ਵੀ ਇੱਥੇ ਰਾਹ ਦੇ ਵਿੱਚ ਅਸੀਂ ਤਾਂ ਆਪ ਹੀ ਮਿਲੇ ਆ ਤੈਨੂੰ, ਤੇ ਮੈਂ ਮਹਾਰਾਜ ਜੀ ਤੁਹਾਡੇ ਨਾਲ ਚੱਲ ਕੇ ਆਨੰਦਪੁਰ ਸਾਹਿਬ ਪਹੁੰਚਦਾ, ਫਿਰ ਇਹ ਬੇਨਤੀ ਉੱਥੇ ਆਪ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਕਰ ਲੈਂਦਾ ਹਾਂ। ਚੱਲ ਆਨੰਦਪੁਰ ਕਰੋ ਉਚਾਰੇ। ਸ੍ਰੀ ਆਨੰਦਪੁਰ ਸਾਹਿਬ ਚੱਲ ਕੇ ਆਪ ਜੀ ਦੇ ਕੋਲ ਬੇਨਤੀ ਕਰ ਲਵਾਂ। ਸੁਨ ਕੇ ਸ਼੍ਰੀ ਮੁਖ ਬਚਨੀ ਉਚਾਰੇ। ਜਦੋਂ ਯਕਸ਼ ਸ਼ਰਧਾਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਕਲਗੀਧਰ ਸਵਾਮੀ ਜੀ ਬੋਲੇ, ਸ਼ਰਧਾਰ ਅਬ ਹਟੋ ਪਿਛਾਰੇ। ਮਹਾਰਾਜ ਜੀ ਕਹਿੰਦੇ ਸ਼ਰਧਾਰ ਤੇਰੀ ਬੇਨਤੀ ਇੱਥੇ ਹੀ ਪ੍ਰਵਾਨ ਹੈ। ਐਸਾ ਨਹੀਂ ਕਿ ਹੁਣ ਤੂੰ ਆਨੰਦਪੁਰ ਸਾਹਿਬ ਸਾਡੇ ਨਾਲ ਚੱਲੇ, ਉੱਥੇ ਅਸੀਂ ਤੇਰੀ ਬੇਨਤੀ ਸੁਣੀਏ, ਅਸੀਂ ਇੱਥੇ ਹੀ ਸ਼ਰਮਣ ਕਰ ਲਈ ਹੈ, ਤੂੰ ਹੁਣ ਜਾ ਸਕਦਾ ਹੈ। ਕਹੋ ਕੁਬੇਰ ਸੰਗ ਸੰਦੇਸ਼। ਤੇ ਜਾ ਕੇ ਆਪਣੇ ਦੇਵਤੇ ਕੁਬੇਰ ਨੂੰ ਸਾਡਾ ਸੁਨੇਹਾ ਦੇ ਦੇਈਂ, ਕਰ ਆਨੰਦਪੁਰ ਜੰਗ ਵਿਸ਼ੇਸ਼। ਕਿ ਅਸੀਂ ਸ੍ਰੀ ਆਨੰਦਪੁਰ ਸਾਹਿਬ ਹਾਲੇ ਜੰਗ ਕਰਨੇ, ਇੱਕ ਵਿਸ਼ੇਸ਼ ਤੇ ਵੱਡਾ ਜੰਗ ਸਾਡਾ ਹਾਲੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣਾ ਹੈ। ਪੁਨ ਚਮਕੌਰ ਕਰੇ ਕਮਸਾਨਾ। ਉੱਥੋਂ ਅਸੀਂ ਚਮਕੌਰ ਦੀ ਗੜੀ ਦਾ ਜੰਗ ਲੜਨਾ ਹੈ। ਜਾਣੀ ਜਾਣ ਸਾਹਿਬ ਜਾਣਦੇ ਨੇ ਜੋ ਆਉਣ ਵਾਲੇ ਸਮੇਂ 'ਚ ਵਰਤਣਾ ਹੈ। ਕਹਿ ਰਹੇ ਨੇ, ਕਹਿ ਦਿਓ ਜਾ ਕੇ ਕੁਬੇਰ ਨੂੰ ਕਹਿ ਦੇਈਂ ਕਿ ਅਸੀਂ ਆਨੰਦਪੁਰ ਸਾਹਿਬ ਦਾ ਵੱਡਾ ਜੰਗ ਲੜਨਾ ਹੈ, ਫਿਰ ਚਮਕੌਰ ਦੀ ਗੜੀ ਦਾ ਜੰਗ ਲੜਨਾ ਹੈ। ਬੌਰ ਮੁਕਤਸਰ ਕਰ ਅਰਹਾਨਾ। ਫਿਰ ਸ੍ਰੀ ਮੁਕਤਸਰ ਸਾਹਿਬ ਦਾ ਜੰਗ ਲੜਨਾ ਹੈ। ਹਿੰਦੂ ਧਰਮ ਸਥਾਪਨ ਕਰਕੇ। ਔਰ ਜਿਹੜੇ ਧਰਮ ਦੀ ਗਿਲਾਨੀ ਹੋ ਰਹੀ ਹੈ ਉਸ ਧਰਮ ਨੂੰ ਸਥਾਪਿਤ ਕਰਨਾ ਹੈ। ਬਹੁਤ ਤੁਰਕਨ ਕੇ ਪ੍ਰਾਨ ਨਿਕਰ ਕੇ। ਬਹੁਤ ਸਾਰੇ ਜਿਹੜੇ ਆ ਮਲੇਛ ਤੇ ਜਰਵਾਣੇ ਨੇ, ਇਹਨਾਂ ਜਰਵਾਣਿਆਂ ਨੂੰ ਸੋਧਾ ਲਾਉਣਾ ਹੈ, ਇਹਨਾਂ ਦੇ ਪ੍ਰਾਣ ਹਰਨੇ ਹਨ। ਪੰਥ ਤੁਰਕ ਕੋ ਅਧਿਕ ਵਿਰੋਧ। ਔਰ ਸਾਡੇ ਖਾਲਸੇ ਪੰਥ ਦਾ ਇਹਨਾਂ ਤੁਰਕਾਂ ਦੇ ਨਾਲ ਵੱਡਾ ਵਿਰੋਧ ਰਹਿਣਾ। ਵਿਰੋਧ ਸ਼ੁਰੂ ਹੋ ਚੁੱਕਾ ਹੈ, ਕਿਉਂਕਿ ਸੱਚ ਤੇ ਝੂਠ ਦਾ ਵਿਰੋਧ ਹਮੇਸ਼ਾ ਰਹਿੰਦਾ ਹੈ। ਰਾਤ ਔਰ ਦਿਨ ਦਾ ਵਿਰੋਧ ਹਮੇਸ਼ਾ ਰਹਿੰਦਾ ਹੈ। ਜਿਵੇਂ ਰਾਤ ਤੇ ਦਿਨ ਨਹੀਂ ਮਿਲ ਸਕਦੇ, ਇਸੇ ਤਰ੍ਹਾਂ ਇਹਨਾਂ ਜ਼ਾਲਮਾਂ ਮਲੇਛਾਂ ਦੇ ਨਾਲ ਪੰਥ ਦਾ ਮੇਲ ਨਹੀਂ ਹੋ ਸਕਦਾ। ਤੋ ਸਾਡੇ ਪੰਥ ਦਾ ਇਹਨਾਂ ਜਰਵਾਣਿਆਂ ਨਾਲ, ਤੁਰਕਾਂ ਨਾਲ ਬੜਾ ਲੰਮੇ ਸਮੇਂ ਤੱਕ ਵਿਰੋਧ ਰਹਿਣਾ, ਦੁਸ਼ਮਣੀ ਰਹਿਣੀ ਹੈ। ਕਰੋ ਖਪਾਵਨ ਨੀਕੇ ਸੋਧ। ਸਾਡਾ ਪੰਥ ਨੀਕੇ ਸੋਧ ਕੇ ਨਾ ਮਲੇਛਾਂ ਨੂੰ ਖਪਾਵੇਗਾ। ਅਵਰੰਗ ਜੋ ਮੁਹੰਮਦੀ ਪਾਰੀ। ਔਰੰਗਜ਼ੇਬ ਬਾਦਸ਼ਾਹ ਜੋ ਮੁਹੰਮਦੀ ਫੌਜ ਹੈ, ਤਿਸ ਵਿਨਾਸ਼ ਕੈ ਭਲੀ ਪ੍ਰਕਾਰੀ। ਉਹਦਾ ਅਸੀਂ ਵਿਨਾਸ਼ ਕਰਾਂਗੇ, ਔਰੰਗੇ ਦਾ ਵਿਨਾਸ਼ ਕਰਾਂਗੇ। ਪੁਨਿਆਮ ਦੱਖਣ ਕੋ ਚੜ ਜੈ ਹੈ। ਔਰੰਗੇ ਦਾ ਵਿਨਾਸ਼ ਕਰਕੇ ਫਿਰ ਅਸੀਂ ਦੱਖਣ ਦਿਸ਼ਾ ਨੂੰ ਜਾਣਾ। ਔਰ ਐਸੇ ਤਰ੍ਹਾਂ ਹੀ ਹੋਇਆ। ਮਹਾਰਾਜ ਜੀ ਨੇ ਰਸਤੇ ਵਿੱਚ ਸੁਣਿਆ ਸੀ ਕਿ ਔਰੰਗਜ਼ੇਬ ਮਰ ਗਿਆ ਹੈ, ਤਾਂ ਗੁਰਦੇਵ ਜੀ ਫਿਰ ਦੱਖਣ ਨੂੰ, ਨਾਂਦੇੜ ਨੂੰ ਚਲੇ ਗਏ। ਹਾਂਜੀ, ਤਹਾਂ ਪਹੁੰਚ ਪਰ ਲੋਕ ਸਿਧੈ ਹੈ। ਔਰ ਨਾਂਦੇੜ ਜਾ ਕੇ ਗੋਦਾਵਰੀ ਤਟ ਕਰੇ ਬਿਲਾਸਾ, ਗੋਦਾਵਰੀ ਦੇ ਕੰਢੇ ਤੇ ਜਾ ਕੇ ਅਸੀਂ ਸੱਚਖੰਡ ਜਾਵਾਂਗੇ। ਪੁਨਰਿਵਾਲ ਸੰਗ ਕਯੋ ਗੁਸਾਈ। ਇਹ ਜਾ ਕੇ ਸੁਨੇਹਾ ਦੇ ਦੇ ਕੁਬੇਰ ਨੂੰ। ਔਰ ਫਿਰ ਰਵਾਲ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਅਬ ਵਿਰੋਧ ਤੁਮ ਦਿਓ ਮਿਟਾਈ। ਕਿ ਆ ਜਿਹੜੀ ਤੁਹਾਡੀ ਜੱਛਾਂ ਨਾਲ ਲੜਾਈ ਆ, ਨਾਗਾਂ ਤੇ ਜੱਛਾਂ ਦੀ ਲੜਾਈ ਹੈ, ਇਹ ਲੜਾਈ ਹੁਣ ਤੁਸੀਂ ਛੱਡ ਦਿਓ। ਇਹ ਵਿਰੋਧ, ਇਹ ਦੁਸ਼ਮਣੀ ਹੁਣ ਤੁਸੀਂ ਤਿਆਗ ਦਿਓ। ਚਿਰੰਕਾਲ ਕਰ ਚੁਕੇ ਲੜਾਈ। ਬੜੀ ਲੜਾਈ ਕਰ ਲਈ ਤੁਹਾਨੂੰ, ਯੋਗੀ ਬੀਤ ਗਏ ਨੇ ਕਈ ਲੜਦੇ ਆ, ਹੁਣ ਵੀ ਲੜੀ ਜਾਂਦੇ ਜੇ,
ਹੁਣ ਆ ਲੜਾਈ ਇਹ ਝਗੜਾ ਛੱਡ ਦਿਓ। ਦਿਸ਼ ਦੋਨੋਂ ਤਿਮਹੀ ਬਨ ਆਈ। ਦੋਵੇਂ ਪਾਸਿਓਂ, ਐਸਾ ਨਹੀਂ ਕਿ ਰਵਾਲ ਤੂੰ ਲੜਾਈ ਛੱਡ ਦੇ ਤੇ ਜੱਛ ਨਾ ਛੱਡਣ। ਸ਼ਰਧਾਰ ਨੂੰ ਕਿਹਾ, ਕੁਬੇਰ ਨੂੰ ਕਹਿ ਦੀ ਤੁਹਾਡਾ ਦੇਵਤਾ ਉਹ ਜੱਛਾਂ ਦਾ ਰਾਜਾ ਹੈ, ਕਿ ਉਹਨੂੰ ਕਹਿ ਦਿਓ ਕਿ ਉਹ ਵੀ ਹੁਣ ਵਿਰੋਧ ਛੱਡ ਦੇਵੇ ਨਾ ਰਵਾਲਾਂ ਦੇ ਨਾਲ, ਇਹਨਾਂ ਨਾਲ ਲੜਾਈ ਨਾ ਕਰੇ। ਸਮਾ ਪਾਏ ਨਿਜ ਲੀਜੇ ਰਾਜੂ। ਸਮਾਂ ਪਾ ਕੇ ਜਦੋਂ ਤੁਹਾਡੇ ਰਾਜ ਦਾ ਪ੍ਰਾਪਤੀ ਹੋਵੇਗੀ ਤੁਹਾਨੂੰ ਮਿਲ ਜਾਏਗਾ, ਜਦੋਂ ਇਹਨਾਂ ਨੂੰ ਮਿਲਣਾ ਉਦੋਂ ਇਹਨਾਂ ਨੂੰ ਮਿਲ ਜਾਏਗਾ। ਭੋਗੋ ਐਸ਼ਵਰਜ ਰਾਜ ਸਮਾਜੂ। ਔਰ ਆਪਣੇ ਰਾਜ ਸਮਾਜ ਨੂੰ ਭੋਗੋ। ਨਾਹ ਕਰਣ ਰਚ ਫਸੋ ਕਲੇਸ਼ੂ। ਬਿਨਾਂ ਗੱਲ ਤੋਂ ਜੰਗ ਦੇ ਮੈਦਾਨ 'ਚ ਲੜ ਕੇ ਕਲੇਸ਼ ਵਿੱਚ ਨਾ ਪਵੋ। ਏਦਾਂ ਮਹਾਰਾਜ ਜੀ ਨੇ ਇਹਨਾਂ ਨਾਲ ਮਿਲਾਪ ਕਰਾਇਆ ਜੱਛਾਂ ਦਾ ਤੇ ਨਾਗਾਂ ਦਾ, ਕਿਉਂਕਿ ਰਵਾਲ ਜਿਹੜਾ ਸੀ ਇਹ ਨਾਗ ਜਾਤੀ ਦਾ ਸੀ। ਤੋ ਯਕਸ਼ਾਂ ਨਾਲ ਜਿਹੜੀ ਲੜਾਈ ਸੀ ਉਹ ਇਹਨਾਂ ਦਾ ਮਹਾਰਾਜ ਜੀ ਨੇ ਫਿਰ ਮੇਲ ਕਰਾਇਆ। ਆਮ ਵੈਸੇ ਵਿਦਵਾਨ ਦੱਸਦੇ ਨੇ ਕਿ ਗੰਧੀਲਾ ਤੇ ਨਾਗ ਜਾਤੀਆਂ ਦੋ ਪ੍ਰਜਾਤੀਆਂ ਸਨ, ਪਹਾੜਾਂ ਵਿੱਚ ਹੁਣ ਵੀ ਰਹਿੰਦੇ ਨੇ। ਨਾਗ ਜਾਤੀ ਦੇ ਬਹੁਤ ਸਾਰੇ ਲੋਕ ਇਧਰ ਚਾਈਨਾ ਦੇ ਵਿੱਚ ਉਹ ਰਹਿੰਦੇ ਆ, ਜਿਵੇਂ ਸਿਕੰਦਰ ਨਾਲ ਜਿਹੜੀ ਫੌਜ ਆਈ ਸੀ ਉਹ ਨਾਗ ਜਾਤੀ ਦੀ ਸੀ। ਤੋ ਇਸੇ ਤਰ੍ਹਾਂ ਜੱਛਾਂ ਦੀ ਵੀ ਇੱਕ ਜਾਤੀ ਹੈ, ਉਹ ਆਪਣੇ ਆਪ ਨੂੰ ਕੁਝ ਨਾਗ ਜਾਤੀ ਵਾਲੇ ਮੰਨਦੇ, ਕੁਝ ਯਕਸ਼ ਜਾਤੀ ਵਾਲੇ ਮੰਨਦੇ। ਇਹਨਾਂ ਦਾ ਆਪਸੀ ਵਿਰੋਧ ਸੀ, ਉਹ ਕਲਗੀਧਰ ਪਾਤਸ਼ਾਹ ਨੇ ਹੁਕਮ ਕਰਕੇ ਦੂਰ ਕਰਵਾਇਆ। ਦਿਸ਼ ਦੋਨੋਂ ਤਜ ਦ્વੈਸ਼ ਅਸ਼ੇਸ਼ੋ। ਦੋਹਾਂ ਪਾਸਿਓਂ ਇਹਨਾਂ ਨੇ ਆਪਣੇ ਹਿਰਦੇ ਦੀ ਦ્વੈਸ਼ ਨੂੰ ਛੱਡ ਦਿੱਤਾ, ਤਿਆਗ ਦਿੱਤਾ। ਇਮਈ ਸ਼ਰਦ ਧਾਰ ਸਮਝਾਇਓ। ਸ਼ਰਦ ਧਾਰ ਨੂੰ ਵੀ ਮਹਾਰਾਜ ਜੀ ਨੇ ਗੱਲ ਸਮਝਾਈ, ਰਵਾਲ ਨੂੰ ਵੀ ਸਮਝਾਈ ਤੇ ਸ਼ਰਦ ਧਾਰ ਨੂੰ ਵੀ ਸਮਝਾਈ। ਕਹਿ ਰਿਵਾਲ ਤੈ ਸੰਗ ਮਿਲਾਇਓ। ਰਵਾਲ ਨੂੰ ਕਹਿ ਕੇ ਮਹਾਰਾਜ ਜੀ ਨੇ ਆਖਿਆ ਜੱਫੀ ਪਾ ਕੇ ਮਿਲੋ ਦੋਵੇਂ, ਨਹੀਂ ਤਾਂ ਕਿੱਥੇ ਲੜਦੇ ਸਨ ਦੋਵੇਂ ਆਪਸ। ਮਹਾਰਾਜ ਜੀ ਕਹਿੰਦੇ ਗਲਵੱਕੜੀ ਲੈ ਕੇ, ਗਲਵੱਕੜੀ ਪਾ ਕੇ ਦੋਵੇਂ ਮਿਲੋ। ਕਹੋ ਕੁਬੇਰ ਸੰਗ ਸਮਝਾਏ। ਔਰ ਆਖਿਆ ਕਿ ਕੁਬੇਰ ਨੂੰ ਜਾ ਕੇ ਇਹ ਗੱਲ ਸਮਝਾ ਦਿਓ, ਨਾਗਨ ਸਾਥ ਵਿਰੋਧ ਮਿਟਾਏ। ਕਿ ਅੱਜ ਤੋਂ ਬਾਅਦ ਇਹਨਾਂ ਨਾਗਾਂ ਦੇ ਨਾਲ ਜਿਹੜਾ ਵਿਰੋਧ ਹੈ ਤੁਹਾਡਾ, ਦੁਸ਼ਮਣੀ, ਇਹ ਦੁਸ਼ਮਣੀ ਮਿਟਾ ਦਿਓ, ਇਹ ਵੈਰ ਵਿਰੋਧ ਮਿਟਾ ਦਿਓ। ਮਹਾਰਾਜ ਜੀ ਤਾਂ ਸੰਧੀਆਂ ਕਰਾਈਆਂ ਗੁਰੂ ਕਲਗੀਧਰ ਨੇ। ਜਦੋਂ ਪੌਂਟਾ ਸਾਹਿਬ ਗਏ, ਇੱਥੇ ਮੇਦਨੀ ਪ੍ਰਕਾਸ਼ ਲੜਦਾ ਸੀ ਸ਼੍ਰੀਨਗਰ ਦੇ ਰਾਜੇ ਫਤਿਹ ਸ਼ਾਹ ਨਾਲ। ਫਤਿਹ ਸ਼ਾਹ ਲੜਦਾ ਸੀ, ਮਹਾਰਾਜ ਜੀ ਨੇ ਪੌਂਟਾ ਸਾਹਿਬ ਹੱਦ ਬਣਾ ਕੇ ਦੋਨਾਂ ਰਾਜਿਆਂ ਦੀ ਸੰਧੀ ਕਰਾ ਦਿੱਤੀ। ਨੌਵੇਂ ਪਾਤਸ਼ਾਹ ਗਏ, ਇੱਧਰ ਕਾਮਰੂ ਦੇਸ਼ ਦਾ ਰਾਜਾ ਸੀ, ਇੱਧਰੋਂ ਰਾਜਸਥਾਨ ਵਿੱਚੋਂ ਰਾਜਾ ਭੇਜਿਆ ਸੀ ਔਰੰਗਜ਼ੇਬ ਬਾਦਸ਼ਾਹ ਨੇ। ਤੋ ਦੋਨਾਂ ਰਾਜਿਆਂ ਦੀ ਉੱਥੇ ਮਹਾਰਾਜ ਜੀ ਨੇ ਸੰਧੀ ਕਰਾਈ। ਆਪਣੇ ਕਮਰ ਕੱਸੇ ਦਾ ਨਾ ਖੰਜਰ ਕੱਢ ਕੇ ਗੱਡ ਦਿੱਤਾ, ਉੱਥੇ ਪਿੰਡ ਵਸਾ ਦਿੱਤਾ ਤੇ ਪਿੰਡ ਦਾ ਨਾਂ ਰੱਖਿਆ ਖੰਜਰਪੁਰ। ਹੁਣ ਵੀ ਉਹ ਨਗਰ ਹੈ ਉੱਥੇ ਖੰਜਰਪੁਰ। ਤੋ ਹੱਦ ਬਣਾ ਦਿੱਤੀ ਵੀ ਤੂੰ ਪਰਲੇ ਪਾਸੇ ਰਹਿਣਾ, ਤੂੰ ਇੱਧਰ ਰਹਿਣਾ, ਦੂਜਿਆਂ ਨੇ ਇੱਕ ਦੂਜੇ ਦੇ ਰਾਜ ਵਿੱਚ ਐਂਟਰੀ ਨਹੀਂ ਕਰਨੀ, ਤਾਂ ਹੀ ਲੜਾਈ ਹੁੰਦੀ ਹੈ। ਹੱਦ ਤੇ ਸੀਮਾ ਤੇ ਵੀ ਉਹ ਸਾਡੀ ਹੱਦ 'ਚ ਆ ਗਏ ਨੇ, ਕਦੇ ਉਹਨਾਂ ਦੀ ਹੱਦ 'ਚ ਚਲੇ ਗਏ, ਲੜਾਈ ਹੁੰਦੀ, ਹੱਦਬੰਦੀ ਕਰਾ ਦਿੱਤੀ। ਅੱਜ ਕਲਗੀਧਰ ਸਵਾਮੀ ਜੀ ਨੇ ਨਾ ਜੱਛਾਂ ਤੇ ਨਾਗਾਂ ਦੀ ਜਿਹੜੀ ਲੜਾਈ ਸੀ, ਵਿਰੋਧ ਸੀ, ਉਹ ਮਹਾਰਾਜ ਜੀ ਨੇ ਖਤਮ ਕਰਕੇ ਇਹਨਾਂ ਨੂੰ ਗਲਵੱਕੜੀ ਪਾ ਕੇ ਇਹਨਾਂ ਦਾ ਮੇਲ ਕਰਾ ਦਿੱਤਾ। ਇਹਨਾਂ ਦੀ ਕਿੰਨੇ ਯੁੱਗਾਂ ਦੀ ਦੁਸ਼ਮਣੀ ਸੀ, ਉਹ ਦੁਸ਼ਮਣੀ ਮੇਰੇ ਸਤਿਗੁਰਾਂ ਨੇ ਦੂਰ ਕਰ ਦਿੱਤੀ। ਹਮਰੇ ਕਹੇ ਸੰਧੀ ਕਰ ਲੀਜੈ। ਮਹਾਰਾਜ ਜੀ ਕਹਿੰਦੇ ਕੁਬੇਰ ਨੂੰ ਕਹਿ ਦਿਓ ਕਿ ਸਾਡਾ ਹੁਕਮ ਹੈ ਕਿ ਹੁਣ ਤੁਸੀਂ ਇਹਨਾਂ ਨਾਲ ਸੰਧੀ ਕਰਕੇ ਰੱਖਣੀ ਹੈ, ਇਹਨਾਂ ਨਾਲ ਕਦੇ ਲੜਾਈ ਨਹੀਂ ਕਰਨੀ। ਨਾਹਕ ਸੰਗਰ ਨਾਹੀ ਕਰੀਜੈ। ਇਹ ਲੜਾਈ ਦਾ ਕੋਈ ਕਾਰਨ ਵੀ ਨਹੀਂ ਹੈ ਤੁਹਾਡਾ, ਵੀ ਤੁਹਾਡਾ ਰਾਜ ਵੱਖਰਾ, ਤੁਹਾਡੀ ਸੀਮਾ ਵੱਖਰੀ, ਆਪਣੇ ਆਪਣੀ ਸੀਮਾ 'ਚ ਰਾਜ ਕਰੋ। ਤੇ ਨਾਹਕ ਬਿਨਾਂ ਕਾਰਨ ਤੋਂ ਆਪੋ ਵਿੱਚ ਲੜਾਈ ਨਹੀਂ ਕਰਨੀ, ਸੰਗਰ ਨਹੀਂ ਕਰਨਾ। ਸੁਨ ਰਿਵਾਲ ਪੁਨ ਉਚਰਨ ਕੀਨ। ਕਲਗੀਧਰ ਪਾਤਸ਼ਾਹ ਦੇ ਬਚਨ ਸੁਣ ਕੇ ਰਵਾਲ ਬੋਲਿਆ, ਮੈਂ ਤੁਮਰੋ ਬਚ ਸਿਰ ਧਰ ਲੀਨ। ਰਵਾਲ ਕਹਿੰਦਾ ਮਹਾਰਾਜ ਆਪ ਜੀ ਦਾ ਬਚਨ ਮੇਰੇ ਸਿਰ ਮੱਥੇ ਹੈ, ਜੋ ਆਪ ਜੀ ਨੇ ਹੁਕਮ ਫਰਮਾਇਆ, ਆਪ ਜੀ ਦਾ ਹੁਕਮ ਮੇਰੇ ਸਿਰ ਮੱਥੇ ਮੈਨੂੰ ਪ੍ਰਵਾਨ ਹੈ। ਪ੍ਰਥਮ ਬਖੇਰਾ ਮੈਨੇ ਕਰੋ। ਮਹਾਰਾਜ ਮੈਂ ਕਦੇ ਪਹਿਲ ਨਹੀਂ ਕਰਾਂਗਾ, ਮੈਂ ਬੇਨਤੀ ਕਰਦਾ, ਕਦੇ ਵੀ ਮੈਂ ਪਹਿਲ ਨਹੀਂ ਕਰਾਂਗਾ, ਲੜਾਈ ਨਹੀਂ ਕਰਾਂਗਾ। ਜੱਛ ਹੰਕਾਰੇ ਤੇ ਨੈ ਟਰੋ। ਪਰ ਮਹਾਰਾਜ ਮੇਰੀ ਬੇਨਤੀ ਹੈ, ਪਰ ਜੇ ਇਹਨਾਂ ਵਿੱਚੋਂ ਜੱਚ ਹੰਕਾਰੇ ਹੋ ਕੇ ਵਧੀਕੀ ਕਰਨਗੇ ਫਿਰ ਮੈਂ ਟਾਲਾ ਨਹੀਂ ਕਰਨਾ। ਇਹ ਵੀ ਦੱਸਿਆ
ਭੁਜੰਗੀ ਸੀ ਨਾ ਉਹ ਵੀ, ਤੇ ਭੁਜੰਗੀ ਦੀ ਬਿਰਤੀ ਇਹੀ ਹੁੰਦੀ ਹੈ, ਮਹਾਰਾਜ ਪਹਿਲ ਨਹੀਂ ਕਰਦੇ ਅਸੀਂ। ਖਾਲਸਾ ਵੀ ਕਦੇ ਪਹਿਲ ਨਹੀਂ ਨਾ ਕਰਦਾ, ਪਰ ਜੇ ਕੋਈ ਭਾਜੀ ਪਾਵੇ ਤੇ ਫਿਰ ਟਾਲਾ ਵੀ ਨਹੀਂ ਕਰਦਾ ਖਾਲਸਾ। ਫਿਰ ਇਹ ਥੋੜੀ ਆ ਵੀ ਮੂੰਹ ਤੇ ਕੱਪੜਾ ਜਾ ਕਰਕੇ, ਪਰਦਾ ਜਾ ਕਰਕੇ ਪਿੱਛੇ ਹਟ ਜਾਏ। ਫਿਰ ਜਿਹਨੇ ਪਾਈ ਹੁੰਦੀ ਆ ਭਾਜੀ, ਉਹਨੂੰ ਦੁੱਗਣੀ ਕਰਕੇ ਤਾਂ ਨਹੀਂ, 4 ਗੁਣੀ ਕਰਕੇ ਵੀ ਮੋੜਨੀ ਪਵੇ ਤਾਂ ਮੋੜੀ ਦੀ ਆ। ਫਿਰ ਇਹ ਕਹਿੰਦਾ ਮਹਾਰਾਜ ਮੈਂ ਪਹਿਲ ਨਹੀਂ ਕਰਦਾ, ਲੜਦਾ ਨਹੀਂ, ਤੁਹਾਡਾ ਬੱਚਾ ਹਾਂ, ਤੁਸੀਂ ਮੇਰੇ ਪਿਤਾ ਹੋ। ਪਰ ਜੇ ਨਾ ਜੱਛਾਂ ਨੇ ਕਿਤੇ ਵਾਅਦਾ ਕੀਤਾ ਹੰਕਾਰ ਦੇ ਵਿੱਚ ਆ ਕੇ, ਫਿਰ ਮਹਾਰਾਜ ਜੀ ਮੈਂ ਪਿੱਛੇ ਨਹੀਂ ਹਟਣਾ। ਸ਼੍ਰੀ ਮੁਖ ਕਹਿਓ ਹਮਾਰੋ ਬੈਨ, ਮਹਾਰਾਜ ਜੀ ਬੋਲੇ, ਕਹਿਣ ਲੱਗੇ ਸਾਡੇ ਬਚਨ ਹਨ। ਦਿੜ ਕੁਬੇਰ ਮਾਨੇ ਚਿਤ ਚੈਨ, ਰਵਾਲ ਸ਼ਾਂਤ ਰਹਿ, ਸਾਡੇ ਬਚਨ ਕੁਬੇਰ ਵੀ ਸੱਤ ਕਰਕੇ ਮੰਨੇਗਾ। ਜਿਮ ਤੂੰ ਕਈ ਹਮਾਰੀ ਮਾਨੇ, ਜਿਵੇਂ ਤੂੰ ਸਾਡਾ ਕਿਹਾ ਮੰਨਦਾ ਨਾ ਰਵਾਲ, ਜਿਵੇਂ ਤੂੰ ਸਾਡਾ ਬਚਨ ਸਿਰ ਮੱਥੇ ਮੰਨਿਆ, ਤੁਝ ਤੇ 10 ਗੁਣ ਸੋ ਮਨ ਮਾਨੇ, ਤੇਰੇ ਤੋਂ 10 ਗੁਣਾ ਵੱਧ ਉਹ ਸਾਡਾ ਬਚਨ ਮੰਨਦਾ ਕੁਬੇਰ। ਜਿੰਨਾ ਤੂੰ ਮੰਨਿਆ ਨਾ, ਮਹਾਰਾਜ ਜੀ ਕਹਿੰਦੇ ਜਿੰਨਾ ਸਾਡੇ ਬਚਨ ਦਾ ਮਾਣ ਤੂੰ ਰੱਖਿਆ, ਕੁਬੇਰ ਤੇਰੇ ਨਾਲੋਂ ਵੀ 10 ਗੁਣਾ ਵੱਧ ਸਾਡੇ ਬਚਨਾਂ ਦਾ ਸਨਮਾਨ ਕਰਦਾ ਹੈ। ਇਮ ਕਹਿ ਦੋਨੋਂ ਸੰਗ ਮਿਲਾਏ, ਏਦਾਂ ਕਹਿ ਕੇ ਮਹਾਰਾਜ ਜੀ ਨੇ ਦੋਨਾਂ ਦੀ ਗਲਵੱਕੜੀ ਪਵਾ ਦਿੱਤੀ। ਤਬ ਰਿਵਾਲ ਉਰ ਬੋਹਰ ਖਾਏ, ਉਸ ਵੇਲੇ ਰਵਾਲ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਇਸ ਪ੍ਰਕਾਰ ਕਰ ਕੈ ਸੰਵਾਦਾ, ਇਸ ਪ੍ਰਕਾਰ ਸਤਿਗੁਰੂ ਜੀ ਦੇ ਨਾਲ ਇਹਨਾਂ ਦਾ ਸੰਵਾਦ ਹੋਇਆ। ਰਵਾਲ ਮਹਾਰਾਜ ਜੀ ਨੂੰ ਮਿਲਿਆ। ਇਥੋਂ ਸੰਕੇਤ ਇਹ ਮਿਲਦਾ ਹੈ ਕਿ ਜਿਤਨੀਆਂ ਵੀ ਗੁਪਤ ਪ੍ਰਗਟ ਸ਼ਕਤੀਆਂ ਹਨ, ਜਿਨ੍ਹਾਂ ਦੇ ਭਾਵੇਂ ਤੀਰਥ ਬਣੇ ਹੋਏ ਨੇ ਨਾਂ ਦੇ, ਉਹ ਸਭ ਕਲਗੀਧਰ ਪਾਤਸ਼ਾਹ ਦੇ ਜ਼ੇਰ ਨੇ, ਮਹਾਰਾਜ ਜੀ ਦੇ ਅਧੀਨ ਨੇ, ਸਭ ਮਹਾਰਾਜ ਜੀ ਦੇ ਤਾਬਿਆਂ ਨੇ। ਜੱਛਾਂ ਦਾ ਦੇਵਤਾ ਕੁਬੇਰ ਧਨ ਦਾ ਦੇਵਤਾ ਕਿਹਾ ਜਾਂਦਾ ਹੈ, ਤੇ ਧਨ ਦਾ ਦੇਵਤਾ ਕੁਬੇਰ ਵੀ ਮੇਰੇ ਸਤਿਗੁਰਾਂ ਦੇ ਅਧੀਨ ਹੈ। ਤਦੇ ਸਤਿਗੁਰੂ ਜੀ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਇਹ ਕਾਮ ਧੇਨ ਗਊਆਂ ਕਈਆਂ ਜਾਂਦੀਆਂ ਵੀ ਇੱਛਾ ਪੂਰੀਆਂ ਕਰਦੀਆਂ ਨੇ, ਪਤਾ ਨਹੀਂ ਕਿੰਨੇ ਕੁਬੇਰ ਤੇ ਕਿੰਨੀਆਂ ਕਾਮ ਧੇਨ ਗਊਆਂ ਤੇ ਕਿੰਨੀਆਂ ਚਿੰਤਾ ਬਣੀਆਂ ਮੇਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੀ ਧੂੜੀ ਵਿੱਚ ਵਸਦੀਆਂ ਹਨ। ਸਤਿਗੁਰੂ ਜੀ ਸਭ ਤੋਂ ਸਿਰਮੌਰ ਨੇ, ਸਭ ਤੋਂ ਬਲੀ ਨੇ, ਉਹਨਾਂ ਜੈਸਾ ਕੋਈ ਦੇਵ ਨਹੀਂ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਜਣੇ ਖਣੇ ਨੂੰ ਨਹੀਂ ਗੁਰੂ ਸਾਹਿਬ ਜੀ ਦੀ ਸੇਵਾ ਮਿਲ ਜਾਂਦੀ, ਜਿਹਦੇ ਮੱਥੇ ਤੇ ਚੰਗੇ ਭਾਗ ਨੇ ਉਹਨਾਂ ਨੂੰ ਸਤਿਗੁਰਾਂ ਦੀ ਸੇਵਾ ਪ੍ਰਾਪਤ ਹੁੰਦੀ ਹੈ। ਤੋ ਇਹ ਦੋਵੇਂ ਸ਼ਰਦ ਧਾਰ, ਜਿਹੜਾ ਜੱਛਾਂ ਦਾ ਸੈਨਾਪਤੀ ਸੀ, ਕੁਬੇਰ ਵੱਲੋਂ ਆਇਆ ਸੀ ਗੁਰੂ ਸ਼ਰਨ ਚ, ਦੂਜੇ ਪਾਸੇ ਰਵਾਲ ਸੀ, ਇਹ ਦੋਵੇਂ ਸਤਿਗੁਰਾਂ ਦੇ ਚਰਨਾਂ ਤੇ ਪ੍ਰਣਾਮ ਕਰਕੇ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਵਿਦਾ ਹੋਏ। ਦੋਨੋਂ ਹਟੇ ਹਿਰਦੇ ਐਲਾਦਾ, ਦੋਵੇਂ ਬੜੇ ਖੁਸ਼ ਨੇ ਕਿ ਸਾਡੀ ਦੁਸ਼ਮਣੀ ਮਿਟ ਗਈ ਹੈ, ਸਾਡਾ ਵਿਰੋਧ ਸਤਿਗੁਰੂ ਜੀ ਨੇ ਦੂਰ ਕਰ ਦਿੱਤਾ ਹੈ। ਪਦ ਅਰਬਿੰਦ ਬੰਦਨਾ ਕਰਕੇ, ਦੋਨਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਬੰਦਨਾ ਕੀਤੀ। ਗਏ ਆਪਣੇ ਥਾਨ ਸਿਧਰ ਕੇ, ਇਹ ਆਪੋ ਆਪਣੇ ਥਾਨ ਤੇ ਚਲੇ ਗਏ। ਸ਼ਰਦ ਧਾਰ ਜਚ ਅਲਕਾਪੁਰੀ, ਸ਼ਰਦ ਧਾਰ ਦੀ ਜਿਹੜੀ ਪੁਰੀ ਸੀ, ਅਲਕਾਪੁਰੀ ਦਾ ਮਤਲਬ ਹੁੰਦਾ ਕੁਬੇਰਪੁਰੀ, ਜਿੱਥੇ ਕੁਬੇਰ ਰਹਿੰਦਾ ਹੈ, ਇਹ ਉੱਥੇ ਚਲਾ ਗਿਆ। ਮਿਲ ਕੁਬੇਰ ਕੋ ਸਭ ਸੁਧ ਕਰੀ, ਕੁਬੇਰ ਨੂੰ ਮਿਲ ਕੇ ਸਤਿਗੁਰੂ ਜੀ ਦੇ ਸਬੰਧ ਵਿੱਚ ਸਾਰੀ ਸੁਧ ਦਿੱਤੀ। ਸਤਿਗੁਰ ਕੇ ਸੰਦੇਸ਼ ਸੁਨਾਏ, ਸਤਿਗੁਰੂ ਜੀ ਦਾ ਸੁਨੇਹਾ ਕੁਬੇਰ ਨੂੰ ਸੁਣਾਇਆ। ਸੁਨ ਧਨਪਤੀ ਮਨ ਮੈਂ ਹਰ ਖਾਏ, ਸੁਣ ਕੇ ਕੁਬੇਰ ਨੇ ਹੱਥ ਜੋੜ ਕੇ ਸੀਸ ਝੁਕਾ ਕੇ ਕਲਗੀਧਰ ਜੀ ਦੇ ਸੁਨੇਹੇ ਨੂੰ ਸਿਰ ਮੱਥੇ ਪ੍ਰਵਾਨ ਕੀਤਾ। ਬੈਰ ਭਾਵ ਨਾਗਨ ਸੰਗ ਛੋਰਾ, ਜਿਹੜੀ ਨਾਗਾਂ ਨਾਲ ਇਹਨਾਂ ਜੱਛਾਂ ਦੀ ਲੜਾਈ ਸੀ,
ਉਹ ਲੜਾਈ, ਉਹ ਵੈਰ ਵਿਰੋਧ ਇਹਨਾਂ ਨੇ ਆਪਣੇ ਹਿਰਦੇ ਚੋਂ ਤਿਆਗ ਦਿੱਤਾ। ਮਿਲੇ ਮੇਲ ਇਤ ਕਰ ਜੁਗ ਓਰਾ। ਔਰ ਦੋਹਾਂ ਪਾਸਿਓਂ ਇਹਨਾਂ ਦਾ ਮੇਲ ਹੋਇਆ। ਮੁੜ ਕੇ ਕੁਬੇਰ ਦਾ ਵੀ ਰਵਾਲ ਨਾਲ ਮੇਲ ਹੋ ਗਿਆ। ਇਸ ਪ੍ਰਕਾਰ ਤੈ ਭਇਓ ਪ੍ਰਸੰਗ। ਇਸ ਪ੍ਰਕਾਰ ਇਹ ਰਵਾਲਸਰ ਸਾਹਿਬ ਦਾ ਪ੍ਰਸੰਗ ਹੋਇਆ ਹੈ। ਸਤਿਗੁਰ ਪੰਜ ਸਿੰਘ ਲੈ ਸੰਗ। ਸਤਿਗੁਰੂ ਜੀ ਦੇ ਨਾਲ ਜੋ ਪੰਜ ਸਿੰਘ ਸਨ, ਭਾਈ ਦਇਆ ਸਿੰਘ ਜੀ, ਭਾਈ ਮੋਹਕਮ ਸਿੰਘ, ਆਲਮ ਸਿੰਘ ਹੋਣੀ, ਪਰਬਤ ਪਰ ਤੇ ਉਤਰਤ ਪਏ। ਮਾਲਵੀ ਪਰਬਤ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਥੱਲੇ ਉਤਰ ਕੇ ਆਏ। ਸਿਵਰ ਆਪਨੇ ਆਵਨ ਕਏ। ਜਿੱਥੇ ਅੱਜ ਕੱਲ ਮਹਾਰਾਜ ਜੀ ਦਾ ਸਥਾਨ ਹੈ, ਗੁਰਦੁਆਰਾ ਸ੍ਰੀ ਰਵਾਲਸਰ ਸਾਹਿਬ, ਇੱਥੇ ਆ ਕੇ ਕਲਗੀਧਰ ਜੀ ਨੇ ਡੇਰਾ ਕੀਤਾ ਹੈ। ਚਾਰੋਂ ਸਾਹਿਬਜ਼ਾਦੇ ਹਰਖੇ। ਮਹਾਰਾਜ ਜੀ ਦੇ ਚਾਰੋਂ ਸਾਹਿਬਜ਼ਾਦੇ ਬੜੇ ਖੁਸ਼ ਨੇ, ਬੜੇ ਪ੍ਰਸੰਨ ਹਨ। ਬਾਬਾ ਅਜੀਤ ਸਿੰਘ ਜੀ, ਜਦੋਂ ਇਲਾਕਾ ਬੜਾ ਸੁੰਦਰ, ਪਹਾੜ ਦੇ ਬੜੇ ਮਨਮੋਹਕ ਦ੍ਰਿਸ਼ ਨੇ, ਬੜੇ ਖੁਸ਼ ਹਨ। ਮੇਲਾ ਹੀਰਤ ਤੀਰਥ ਪਰਖੇ। ਮੇਲਾ ਵੀ ਲੱਗਾ ਹੋਇਆ ਸੀ। ਸੈਂਕੜੇ ਲੋਕ ਉੱਥੇ ਮੇਲੇ 'ਚ ਭਾਂਤ ਭਾਂਤ ਦੇ ਫਿਰਦੇ ਸਨ। ਤੀਰਥ ਦੀ ਵੀ ਪਰਖ ਹੋਈ। ਮਾਤ ਗੁਜਰੀ ਕੀ ਨਿਸ਼ਨਾਨ। ਸਤਿਕਾਰਯੋਗ ਮਾਤਾ ਗੁਜਰੀ ਜੀ ਵੀ ਉਹ ਜਿਹੜਾ ਤਾਲ ਹੈ ਉਹਦੇ 'ਚ ਆਪਣੇ ਚਰਨ ਪਾਉਂਦੇ ਹਨ। ਕੀਨਸ ਕੰਚਨ ਕੋ ਬਉਦਾਨ। ਔਰ ਜਿਹੜਾ ਕੋਈ ਅਭਿਆਗਤ ਲੋੜਵੰਦ ਆਉਂਦਾ ਹੈ ਉਸ ਨੂੰ ਦਾਨ, ਸੋਨਾ ਤੱਕ ਵੀ ਮਾਤਾ ਜੀ ਦਾਨ ਕਰਦੇ ਹਨ। ਵਸਤਰ ਵਿਭੂਖਨ ਜੀਤੋ ਆਦ। ਮਾਤਾ ਜੀਤੋ ਜੀ ਦੀ ਸ਼ਰਨ ਵਿੱਚ ਕਈ ਮੰਗਣ ਵਾਲੇ ਆ ਜਾਂਦੇ ਹਨ। ਕੋਈ ਬੀਬੀਆਂ ਮਾਈਆਂ ਮੰਗਣ ਪਹੁੰਚ ਜਾਂਦੀਆਂ ਹਨ, ਤੋ ਮਾਤਾ ਜੀ ਵੀ ਦਾਨ ਕਰਦੇ ਹਨ। ਦੇ ਕਰ ਗੁਰ ਮਹਿਲਾ ਐਲਾਦ। ਔਰ ਦਾਨ ਕਰਕੇ ਮਾਤਾਵਾਂ ਦੇ ਮਨ 'ਚ ਵੱਡੀ ਭਾਰੀ ਖੁਸ਼ੀ ਹੁੰਦੀ ਹੈ। ਸਰਬ ਆਨੰਦ ਬਿਲੰਦ ਕਰਨ ਤੇ। ਬੜੇ ਆਨੰਦ ਵਰਤੇ ਰਵਾਲਸਰ ਸਾਹਿਬ, ਬੜਾ ਖੇੜਾ, ਬੜੀ ਖੁਸ਼ੀ ਵਰਤੀ। ਸਤਿਗੁਰ ਮਹਿਮਾ ਉਰ ਪਰਖੰਤੇ। ਜਿੰਨੇ ਲੋਕ ਆਏ ਨੇ ਇੱਥੇ ਸਾਰੇ ਕਲਗੀਧਰ ਜੀ ਦੀ ਮਹਿਮਾ ਨੂੰ ਆਪਣੇ ਹਿਰਦੇ 'ਚ ਪਰਖਦੇ ਹਨ। ਕੀਤਕ ਦਿਵਸ ਤੇਰੇ ਹੋ ਤੈ ਡੇਰਾ। ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਹੀ ਡੇਰਾ ਰੱਖਿਆ। ਦੇਸ਼ ਗਿਰਨ ਕੋ ਫਿਰ ਹੇਰਾ। ਜਿਹੜੇ ਤੇੜੇ ਪਹਾੜਾਂ ਦੇ ਜਿਹੜੇ ਇਲਾਕੇ ਨੇ, ਨਗਰ ਨੇ, ਉਹ ਫਿਰ ਕੇ ਕਲਗੀਧਰ ਜੀ ਵੇਖਦੇ ਨੇ। ਕਦੇ ਸ਼ਿਕਾਰ ਖੇਡਣ ਚਲੇ ਜਾਂਦੇ ਨੇ, ਕਦੇ ਕੋਈ ਨੇੜੇ ਤੇੜੇ ਨਗਰਾਂ ਵਿੱਚੋਂ ਪ੍ਰੇਮੀ ਆਉਂਦੇ, ਉਹਨਾਂ ਦੀਆਂ ਬੇਨਤੀਆਂ ਪ੍ਰਵਾਨ ਕਰਕੇ ਸਤਿਗੁਰੂ ਚਲੇ ਜਾਂਦੇ। ਅਸਥਾਨ ਤਾਂ ਮਹਾਰਾਜ ਜੀ ਦਾ ਇੱਕੋ ਹੀ ਹੈ, ਰਵਾਲਸਰ ਸਾਹਿਬ। ਉੱਥੇ ਨੇੜੇ ਤੇੜੇ ਹੋਰ ਕੋਈ ਅਸਥਾਨ ਨਹੀਂ ਹੈ। ਪਰ ਜਦੋਂ ਸਤਿਗੁਰੂ ਜੀ ਇੱਥੇ ਆਏ ਸਨ, ਉਦੋਂ ਬਹੁਤ ਥਾਵਾਂ ਮਹਾਰਾਜ ਜੀ ਨੇ ਪਵਿੱਤਰ ਕੀਤੀਆਂ। ਤੋਂ ਦੂਰ ਹੋਣ ਕਰਕੇ, ਉੱਥੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਸ਼ਾਇਦ ਉਹ ਸਾਰੇ ਅਸਥਾਨ ਪ੍ਰਗਟ ਨਹੀਂ ਹੋ ਸਕੇ। ਮੰਡੀ ਵਿੱਚ 2 ਅਸਥਾਨ ਨੇ, ਇੱਕ ਕਲਗੀਧਰ ਜੀ ਦਾ ਦਰਿਆ ਦੇ ਕੰਢੇ ਤੇ, ਇੱਕ ਕਿਲੇ ਦੇ ਅੰਦਰ ਵੀ ਜਿਹੜਾ ਰਾਜਾ ਸਿੱਧ ਸੈਨ ਸੀ, ਮੰਡੀ ਦਾ ਰਾਜਾ, ਮਹਾਰਾਜ ਜੀ ਦਾ ਬੜਾ ਸ਼ਰਧਾਲੂ ਸੀ। ਤੋਂ ਉਹ ਕਿਲੇ ਵਿੱਚ ਵੀ ਸਤਿਗੁਰਾਂ ਨੂੰ ਲੈ ਕੇ ਜਾਇਆ ਕਰਦਾ। ਤੋ ਰਵਾਲਸਰ ਸਾਹਿਬ ਮਹਾਰਾਜ ਜੀ ਰਹੇ ਨੇੜੇ ਤੇੜੇ ਬਹੁਤ ਥਾਵਾਂ ਨੂੰ ਪਾਤਸ਼ਾਹ ਨੇ ਪਵਿੱਤਰ ਕੀਤਾ। ਏਦਾਂ ਕਹਿ ਸਕਦੇ ਆ ਕਿ ਰਵਾਲਸਰ ਸਾਹਿਬ ਦੇ ਆਲੇ ਦੁਆਲੇ ਦਾ ਜ਼ਰਰਾ ਜ਼ਰਰਾ ਕਲਗੀਧਰ ਜੀ ਦੀ ਛੂਹ ਨੂੰ ਪ੍ਰਾਪਤ ਕਰਕੇ ਪਵਿੱਤਰ ਹੋਇਆ, ਪਾਵਨ ਹੋਇਆ ਹੈ। ਪੁਨ ਸਤਿਗੁਰ ਕਰ ਕੂਚ ਪਧਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਇੱਥੋਂ ਕੂਚ ਕੀਤਾ। ਰਵਾਲਸਰ ਸਾਹਿਬ ਤਕਰੀਬਨ ਮਹੀਨੇ ਭਰ ਦਾ ਸਮਾਂ ਮਹਾਂਪੁਰਸ਼ ਦੱਸਦੇ ਆ ਵੀ ਰਹੇ ਨੇ ਸਤਿਗੁਰੂ। ਤੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੈ ਉਹ ਰਵਾਲਸਰ ਸਾਹਿਬ ਮਨਾਇਆ ਕਲਗੀਧਰ ਜੀ ਨੇ। ਇਸੇ ਕਰਕੇ ਹੁਣ ਵੀ ਜਿਹੜਾ ਸਭ ਤੋਂ ਵੱਡਾ ਜੋੜ ਮੇਲਾ ਮਨਾਇਆ ਜਾਂਦਾ ਹੈ ਰਵਾਲਸਰ ਸਾਹਿਬ, ਸਾਲ ਬਾਅਦ ਉਹ ਜੋੜ ਮੇਲਾ, ਉੱਥੋਂ ਦੀ ਜਿਹੜੀ ਲੋਕਲ ਸੰਗਤ ਹੈ, ਹੋਰ ਸ਼ਹਿਰਾਂ ਦੀਆਂ ਸੰਗਤਾਂ ਨੇ, ਉਹ ਵਿਸਾਖੀ ਵਾਲੇ ਦਿਨ ਜੋੜ ਮੇਲਾ ਉੱਥੇ ਹੀ ਮਨਾਇਆ ਜਾਂਦਾ ਹੈ। ਇੱਥੋਂ ਪਟਿਆਲੇ ਤੋਂ ਵੀ ਬਹੁਤ ਸੰਗਤ ਜਾਂਦੀ ਹੈ ਹਰ ਸਾਲ, ਜਾਣਾ ਵੀ ਚਾਹੀਦਾ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ। ਹਾਜ਼ਰੀਆਂ ਭਰ ਕੇ ਦਰਸ਼ਨ ਦਿਦਾਰੇ ਕਰਨੇ ਚਾਹੀਦੇ ਹਨ। ਕਲਗੀਧਰ ਜੀ ਦੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ। ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਹਨ।
ਸਕਲ ਖਾਲਸਾ ਹੋਇਓ ਤਿਆਰੇ। ਸਾਰਾ ਖਾਲਸਾ ਤਿਆਰ ਹੋਇਆ ਜਦੋਂ ਮਹਾਰਾਜ ਜੀ ਨੇ ਰਵਾਲਸਰ ਸਾਹਿਬ ਤੋਂ ਚਾਲਾ ਮਾਰਿਆ। ਬਾਜ ਉੱਠਿਓ ਰਣਜੀਤ ਨਗਾਰਾ। ਰਣਜੀਤ ਨਗਾਰੇ ਤੇ ਚੋਭਾਂ ਲੱਗੀਆਂ। ਗਿਰਵਰ ਕੇ ਮਗ ਪ੍ਰਭੂ ਪਧਾਰਾ। ਪਹਾੜੀ ਰਸਤੇ ਰਵਾਲਸਰ ਸਾਹਿਬ ਦਾ ਜਿਹੜਾ ਰਸਤਾ ਹੁਣ ਵੀ ਥੋੜਾ ਜਿਹਾ ਤੰਗ ਹੈ, ਤੋਂ ਥੱਲੇ ਆ ਕੇ ਮੰਡੀ ਤੋਂ ਤਾਂ ਫਿਰ ਅੱਗੇ ਵੱਡੀ ਸੜਕ ਬਣ ਗਈ ਹੈ। ਤੋ ਉਦੋਂ ਉਹਨਾਂ ਵੇਲਿਆਂ ਵਿੱਚ ਹੋਰ ਵੀ ਤੰਗ ਰਸਤਾ ਹੋਵੇਗਾ, ਤੋ ਘੋੜਿਆਂ ਤੇ ਸਵਾਰ ਹੋ ਕੇ ਆਪਣੋ ਆਪਣੇ ਵਾਹਨਾਂ ਤੇ ਸਵਾਰ ਹੋ ਕੇ ਪਾਲਕੀਆਂ 'ਚ ਸਵਾਰ ਹੋ ਕੇ ਮਾਤਾ ਜੀ ਹੁਣੀ ਰਵਾਲਸਰ ਸਾਹਿਬ ਤੋਂ ਪਹਾੜੀ ਰਸਤੇ ਤੋਂ ਥੱਲੇ ਉਤਰਨ ਲੱਗੇ। ਚੜੀ ਪਾਲਕੀ ਗੁਜਰੀ ਚਲੀ। ਮਾਤਾ ਗੁਜਰੀ ਜੀ ਬੜੀ ਸੁੰਦਰ ਪਾਲਕੀ 'ਚ ਸਵਾਰ ਹਨ। ਸਨੇ ਸਨੇ ਗਿਰ ਮਗ ਬਿਦ ਭਲੀ। ਰਵਾਲਸਰ ਸਾਹਿਬ ਤੋਂ ਜਦੋਂ ਮੰਡੀ ਨੂੰ ਆਈਏ ਤੇ ਉਤਰਾਈ ਹੈ ਜ਼ਿਆਦਾ, ਤੋ ਇਸ ਕਰਕੇ ਉਤਰਾਈ ਦਾ ਰਸਤਾ ਸਹਿਜੇ ਸਹਿਜੇ ਉਤਰਦੇ ਹਨ। ਤੀਨੋਂ ਗੁਰ ਮਹਿਲ ਚੜ ਡੋਰੇ। ਤਿੰਨੇ ਮਹਿਲ ਮਹਾਰਾਜ ਜੀ ਦੇ ਡੋਰਿਆਂ 'ਚ, ਕਿਉਂਕਿ ਪਹਾੜਾਂ ਤੋਂ ਹਮੇਸ਼ਾ ਜਿਹੜੀ ਉਤਰਾਈ ਹੁੰਦੀ ਆ ਉਹ ਔਖੀ ਹੁੰਦੀ ਹੈ। ਆਮ ਕਰਕੇ ਕਈਆਂ ਦੇ ਦਿਲਾਂ 'ਚ ਵਹਿਮ ਹੁੰਦਾ ਵੀ ਸ਼ਾਇਦ ਚੜ੍ਹਾਈ ਚੜ੍ਹਨੀ ਔਖੀ ਹੁੰਦੀ ਹੈ, ਪਰ ਜਦੋਂ ਕਿਸੇ ਵਾਹਨ ਤੇ ਹੋਈਏ, ਚਾਹੇ ਉਹ ਅੱਜ ਕੱਲ ਕਾਰਾਂ ਗੱਡੀਆਂ ਨੇ ਜਾਂ ਉਹਨਾਂ ਸਮਿਆਂ 'ਚ ਘੋੜੇ ਸਨ ਜਾਂ ਪਾਲ, ਜਦੋਂ ਥੱਲੇ ਉਤਰਨਾ ਹੁੰਦਾ ਪੂਰਾ ਆਪਣੇ ਸਰੀਰ ਨੂੰ ਰੋਕ ਕੇ ਕਿ ਰਿੜ ਨਾ ਜਾਈਏ ਥੱਲੇ ਉਤਰਾਈ ਤੇ, ਉਹ ਪੂਰਾ ਜ਼ੋਰ ਲੱਗਦਾ। ਇਸ ਕਰਕੇ ਕਹਦੇ ਸਹਿਜੇ ਸਹਿਜੇ ਪਹਾੜਾਂ ਤੋਂ ਸਾਰੇ ਉਤਰ ਰਹੇ ਨੇ। ਗਮਨ ਕੀਨ ਆਨੰਦਪੁਰ ਓਰੇ। ਆਨੰਦਪੁਰ ਸਾਹਿਬ ਵਾਲੇ ਪਾਸੇ ਆ ਰਹੇ ਨੇ। ਰਸਤੇ ਵਿੱਚ ਮੰਡੀ ਦੇ ਰਾਜੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬੇਨਤੀ ਹੈ ਸਾਧ ਸੰਗਤ ਜੀ। ਕੱਲ 2 ਅਕਤੂਬਰ ਨੂੰ 9ਵੇਂ ਪਾਤਸ਼ਾਹ ਜੀ ਨੇ ਜੋ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਆਪਣੇ ਪਵਿੱਤਰ ਚਰਨ ਪਾ ਕੇ ਥਾਂ ਨੂੰ ਭਾਗ ਲਾਏ ਸਨ। ਉਹ ਦਿਨ ਹਰ ਸਾਲ ਸੰਗਤਾਂ ਵੱਲੋਂ, ਪਟਿਆਲੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ। ਕੱਲ ਸ਼ਾਮ ਨੂੰ 7 ਤੋਂ 11 ਵਜੇ ਤੱਕ ਗੁਰਮਤਿ ਸਮਾਗਮ ਹੋ ਰਹੇ ਨੇ। ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਆਪ ਜੀ ਨੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म हे पुरन हे सर्वमय हे संगी हे निरंकार निर्गुण सब टेक। हे गोविंद हे गुण निधान के सदा विवेक। हे अपरंपर हर हरे पियो अणियारे। हे संत कै सदा संग धारा आधार। हे ठाकुर हूँ दासरो निर्गुण गुण नहीं कोई। नानक दीजै नाम दान कोई है परोई। आए
ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।